ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਡ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਪ੍ਰਾਪਰਟੀਜ਼ ਦੀ ਸੇਲ ਔਰ ਪਰਚੇਜ਼ ਬਾਰੇ, ਜੋ NRI ਇੱਥੇ ਇੰਡੀਆ ਦੀ ਧਰਤੀ ਦੇ ਉੱਤੇ ਕਰ ਸਕਦੇ ਨੇ ਅਕੋਰਡਿੰਗ ਟੂ ਲਾਅ। ਤੇ ਸਾਨੂੰ ਗਾਈਡਲਾਈਨਸ ਦੇਣ ਵਾਸਤੇ ਸਕਾਈਪ ਦੇ ਜ਼ਰੀਏ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸ਼੍ਰੀ ਕਮਲ ਰੰਧਾਵਾ ਜੀ, ਸੀਨੀਅਰ ਐਡਵੋਕੇਟ ਨੇ, NRI ਲਾਇਰ ਐਂਡ ਕੰਸਲਟੈਂਟ, ਜੋ ਪਿਛਲੇ 30-32 ਸਾਲ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ। ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਤੁਹਾਡਾ NRI ਵਰਡ ਦੇ ਵਿੱਚ। ਥੈਂਕ ਯੂ ਖੰਨਾ ਜੀ, ਥੈਂਕ ਯੂ ਜੀ। ਰੰਧਾਵਾ ਸਾਹਿਬ, ਪ੍ਰਾਪਰਟੀ ਨੂੰ ਲੈ ਕੇ ਨਾ ਬੜੇ ਕਨਫਿਊਜ਼ਨਸ ਨੇ ਸਾਰਿਆਂ ਦੇ ਮਨ ਦੇ ਵਿੱਚ। ਜੋ NRI ਵਰਡ ਦੇ ਲੋਕ ਨੇ ਜਾਣਨਾ ਇਹ ਚਾਹੁੰਦੇ ਨੇ ਕਿ ਕੌਣ NRI ਭਾਰਤ ਦੇ ਵਿੱਚ ਆਪਣੀ ਪ੍ਰਾਪਰਟੀ ਖਰੀਦ ਸਕਦੇ ਨੇ ਤੇ ਕਿਸ ਪ੍ਰਕਾਰ ਦੀ ਪ੍ਰਾਪਰਟੀ ਉਹ ਖਰੀਦ ਸਕਦੇ ਨੇ। ਦੇਖੋ ਖੰਨਾ ਜੀ, ਇਹ ਦੋਵੇਂ ਪ੍ਰਾਪਰਟੀਜ਼ ਖਰੀਦ ਸਕਦੇ ਨੇ, ਬਟ ਡਿਫਰੈਂਸ ਇਹ ਹੈਗਾ ਕਿ ਰੈਜ਼ੀਡੈਂਸ਼ੀਅਲ ਹਾਊਸ ਖਰੀਦ ਸਕਦੇ ਨੇ ਐਂਡ ਐਗਰੀਕਲਚਰ ਲੈਂਡ ਖਰੀਦ ਸਕਦੇ ਨੇ। ਔਰ ਦੋਨਾਂ 'ਚ ਫਰਕ ਇਹ ਹੈ ਕਿ ਰੈਜ਼ੀਡੈਂਸ਼ੀਅਲ ਹਾਊਸ ਖਰੀਦਣ ਲਈ ਕੋਈ ਖਾਸ ਫਾਰਮੈਲਿਟੀਜ਼ ਜਾਂ ਪਰਮਿਸ਼ਨ ਨਹੀਂ ਲੋੜ ਪੈਂਦੀ, ਲੇਕਿਨ ਐਗਰੀਕਲਚਰ ਲੈਂਡ ਖਰੀਦਣ ਵਾਸਤੇ NRIs ਨੂੰ ਪਰਮਿਸ਼ਨ ਲੈਣੀ ਚਾਹੀਦੀ ਆ, RBI ਕੋਲੋਂ ਵੀ ਪਰਮਿਸ਼ਨ ਲੈਣੀ ਚਾਹੀਦੀ ਆ, ਔਰ ਬਾਅਦ ਇਹ ਪ੍ਰਾਪਰਟੀ ਖਰੀਦ ਸਕਦੇ ਨੇ। ਤੇ ਕਮਰਸ਼ੀਅਲ ਪ੍ਰਾਪਰਟੀ ਵੀ ਹਾਂਜੀ ਉਹੀ ਪਰਮਿਸ਼ਨ ਲੈ ਕੇ। ਸਿਰਫ ਘਰ ਖਰੀਦਣ ਲਈ ਫਾਰਮੈਲਿਟੀ ਘੱਟ ਰਹੇ ਕਿ ਘਰ ਲੈਣਾ ਕਿਸਨੇ ਇੱਥੇ ਆਪਣਾ, ਉਸਦੀ ਘੱਟ ਰਹੇ। ਬਾਕੀ ਦੂਸਰੀ ਪ੍ਰਾਪਰਟੀ ਲਈ ਜਿਹੜੀਆਂ ਫਾਰਮੈਲਿਟੀਜ਼ ਐਂਡ ਦੂਸਰਾ ਉਹ ਧਿਆਨ 'ਚ ਰੱਖ ਕੇ ਹੀ ਖਰੀਦੀਆਂ ਜਾਣੀਆਂ ਚਾਹੀਦੀਆਂ, ਜਿਵੇਂ ਕਿ RBI ਦੀ ਪਰਮਿਸ਼ਨ ਪਲੱਸ ਉਹ ਜਿਹੜਾ ਪੈਸੇ ਇਨਵੈਸਟ ਕਰਨੇ ਆ ਉਹਦਾ ਸੋਰਸ ਆਫ ਇਨਕਮ ਐਂਡ ਪਰਪਸ, ਉਹ ਸਾਰਾ ਉਹ ਕਲੀਅਰ ਹੋਣਾ ਚਾਹੀਦਾ। ਤੇ ਕਿੰਨੀਆਂ ਪ੍ਰਾਪਰਟੀਜ਼ ਇੱਕ ਟਾਈਮ ਦੇ ਉੱਤੇ ਰੱਖ ਸਕਦੇ ਨੇ ਆਪਣੇ ਕੋਲ? ਇਹ ਤਾਂ ਸਰਟਨ ਉਹ ਟੈਕਸੇਬਲ 'ਚ ਕਿੰਨੀਆਂ ਆਉਂਦੀਆਂ ਜਾਂ ਅਮਾਊਂਟ ਕਿੰਨਾ ਇੱਥੇ ਸਪੈਂਡ ਕਰ ਰਹੇ ਆ, ਉਹ ਡਿਫਰੈਂਟ ਸਲੈਬਸ ਬਣੀਆਂ ਹੋਈਆਂ ਨੇ ਇੱਥੇ ਕਿ ਇੰਨੀ ਪ੍ਰਾਪਰਟੀ ਤੱਕ ਕਿਸੇ ਨੇ 20 ਲੱਖ ਦੀ ਖਰੀਦਣੀ, ਕਿਸੇ ਨੇ 20 ਕਰੋੜ ਦੀ ਵੀ ਖਰੀਦਣੀ। ਇਹ ਵੱਖਰੀ ਸਲੈਬਸ ਨੇ, ਉਹ ਵੱਖਰੇ ਟੈਕਸ ਫਿਰ ਉਹ ਲਾਏ ਜਾਂਦੇ ਕਿ ਕਿੰਨੀ ਪ੍ਰਾਪਰਟੀ ਖਰੀਦ ਰਿਹਾ ਬੰਦਾ ਔਰ ਕਿੰਨੇ ਪੈਸੇ ਇਨਵੈਸਟ ਕਰ ਰਿਹਾ ਔਰ ਪੈਸੇ ਸ਼ੋਅ ਕਿਵੇਂ ਕਰ ਸਕਦਾ ਜੀ। ਤੇ ਫਿਰ ਜਿਹੜੀਆਂ ਡਿਫਰੈਂਟ ਕਾਈਂਡ ਆਫ ਪ੍ਰਾਪਰਟੀਜ਼ ਨੇ ਉਹਨਾਂ ਦੇ ਉੱਤੇ ਡਿਫਰੈਂਟ ਕਾਈਂਡ ਆਫ ਟੈਕਸਿਸ ਲੱਗਦੇ ਹੋਣਗੇ, ਉਹਦਾ ਜ਼ਰਾ ਪ੍ਰੋਸੈਸ ਤੇ ਉਹਦੀ ਜ਼ਰਾ ਡਿਟੇਲਸ ਬਤਾਓ। ਇਹ ਜਿਹੜਾ ਮੈਂ ਦੱਸਿਆ ਖੰਨਾ ਜੀ, ਸਲੈਬ ਤੇ ਡਿਪੈਂਡ ਕਰਦਾ। ਹੁਣ ਆਪਾਂ ਪਹਿਲਾਂ ਫਿਕਸ ਨਹੀਂ ਕਰ ਸਕਦੇ ਕਿਹੜੇ ਬੰਦੇ ਨੇ ਕਿੰਨੀ ਪ੍ਰਾਪਰਟੀ ਖਰੀਦਣੀ ਜੀ। ਜਿਵੇਂ ਉਹ ਤੇ ਜਿਵੇਂ ਡਿਫਰੈਂਟ ਇਨਕਮ ਟੈਕਸ ਦੀਆਂ ਵੀ ਸਾਡੇ ਇੱਥੇ ਸਲੈਬਸ ਡਿਫਰੈਂਟ ਆ। ਇੰਨੀ ਇਨਕਮ ਤੇ ਇੰਨਾ ਟੈਕਸ ਡਿਫਰੈਂਟ। ਜੇ ਜ਼ਿਆਦਾ ਹੈਵੀ ਅਮਾਊਂਟ ਸਪੈਂਡ ਹੋ ਰਿਹਾ ਫਿਰ ਉਹਦੇ ਤੇ ਵੱਖਰਾ ਟੈਕਸ। ਉਹ ਵੱਖਰੀਆਂ ਸਲੈਬਸ ਨੇ, ਉਹ ਡਿਪੈਂਡ ਕਰਦਾ ਪ੍ਰਾਪਰਟੀ ਦੀ ਵੈਲਿਊ ਕੀ ਆ ਤੇ ਬੰਦੇ ਨੇ ਪੈਸੇ ਕਿੱਥੋਂ ਸ਼ੋ ਕਰ ਰਿਹਾ, ਉਹਦੇ ਹਿਸਾਬ ਨਾਲ ਹੀ ਉਹ ਫਿਰ ਟੈਕਸ ਲਾਇਆ ਜਾਂਦਾ ਜੀ। ਤੇ ਜਦੋਂ ਪਰਚੇਜ਼ ਕਰਨੀ ਹੋਵੇ ਉਹਦਾ ਪਰਸਨਲ ਤੌਰ ਤੇ ਉੱਥੇ ਮੌਜੂਦ ਹੋਣਾ ਜ਼ਰੂਰੀ ਹੈ ਕਿ ਜਾਂ ਫਿਰ ਪਾਵਰ ਆਫ ਅਟਾਰਨੀ ਦੇ ਕੇ ਵੀ ਉਹ ਖਰੀਦ ਸਕਦਾ? ਹਾਂਜੀ, ਇਹ ਖੰਨਾ ਜੀ ਬਹੁਤ ਅੱਛੀ ਤੁਸੀਂ ਗੱਲ ਪੁੱਛੀ ਆ, ਕਿਉਂਕਿ ਇਹ ਪਿਛਲੇ ਸਮੇਂ ਦੌਰਾਨ ਬਹੁਤ ਧਿਆਨ ਵਿੱਚ ਆਏ। ਸਾਡੇ ਕੇਸ ਕਾਫੀ ਹੁਣ ਚੱਲ ਵੀ ਰਹੇ ਆ। ਅਟਾਰਨੀ ਦੇ ਸਕਦੇ ਨੇ NRI, ਬਟ ਪਿੱਛੇ ਜੇ ਕੀ ਟ੍ਰੈਂਡ ਹੋ ਗਿਆ ਸੀਗਾ ਜੀ, ਅਟਾਰਨੀਆਂ ਬੰਦ ਹੋ ਗਈਆਂ ਸੀ ਤੇ ਕੁਛ ਇੱਥੇ ਲੋਕਲ ਵੀ ਲਾ ਲਓ ਜਾਂ ਬਾਹਰਲੇ ਬੰਦਿਆਂ ਨੇ ਵੀ ਅਟਾਰਨੀਆਂ ਤੇ ਫਰਾਡ ਬਹੁਤ ਹੋ ਗਏ ਤੇ ਜਿਹੜੇ ਪ੍ਰਾਪਰਟੀ ਡੀਲਰ ਨੇ ਜਾਂ ਪ੍ਰਾਪਰਟੀ ਵਾਲਿਆਂ ਨੇ ਰਜਿਸਟਰੀਆਂ ਘਟਾ ਦਿੱਤੀਆਂ ਕਰਨੀਆਂ। ਜਿਵੇਂ ਸੇਲ ਪਰਚੇਜ ਹੋਈ ਆ ਕਸਟਮਰ ਦੀ ਤੇ ਉਹਨੂੰ ਰਜਿਸਟਰੀ ਦਾ ਖਰਚਾ ਬਚਾਉਣ ਲਈ ਅਟਾਰਨੀ ਦੇ ਛੱਡੀ ਔਰ ਅਟਾਰਨੀ ਨੇ ਅੱਗੋਂ ਆਪਣੇ ਮਰਜ਼ੀ ਨਾਲ ਉਹਨੂੰ ਯੂਜ਼ ਕੀਤਾ ਔਰ ਮਿਸਯੂਜ਼ ਜ਼ਿਆਦਾ ਹੋਇਆ ਔਰ ਪ੍ਰਾਪਰਟੀ ਦੀ ਵੈਲਿਊ ਕੁਛ ਹੁੰਦੀ ਸੀ, ਦੱਸਿਆ ਕੁਛ ਜਾਂਦਾ ਸੀ। ਉਹਦੇ ਕਰਕੇ ਫਿਰ ਇਹਨਾਂ ਨੇ ਕਰ ਦਿੱਤਾ ਕਿ ਜਿਹੜਾ NRI ਆ ਉਹ ਆਪਣੇ ਬਲੱਡ ਰਿਲੇਸ਼ਨ 'ਚ ਅਟਾਰਨੀ ਦੇ ਸਕਦਾ ਉਹ ਕਿਸੇ ਅਨਨੋਨ ਨਿਊ ਅਟਾਰਨੀ ਨਹੀਂ। ਜਿੱਦਾਂ ਕੋਈ ਪ੍ਰਾਪਰਟੀ ਡੀਲਰ ਹੋ ਗਿਆ ਜਾਂ ਪ੍ਰਾਪਰਟੀ ਕੰਸਲਟੈਂਟ ਜਾਂ ਇੱਥੇ ਕੋਈ ਬੰਦਾ ਹੋਵੇ ਉਹ ਉਹਨੂੰ ਯੂਜ਼ ਨਾ ਕਰੇ। ਇਹਨਾਂ ਨੇ ਕਰਤਾ ਸੀ ਬਲੱਡ ਰਿਲੇਸ਼ਨ 'ਚ ਵੀ ਅਟਾਰਨੀ ਦੇ ਸਕਦਾ ਕੋਈ ਵੀ NRI। ਔਰ ਉਹਦੇ ਲਈ ਖੰਨਾ ਜੀ ਇਹਨਾਂ ਨੇ ਫਿਰ ਫਾਰਮੈਲਿਟੀਆਂ ਵੀ ਵਧਾ ਦਿੱਤੀਆਂ। ਅਸੀਂ 10-15 ਸਾਲ ਪਹਿਲਾਂ ਜਦੋਂ ਦੇਖਦੇ ਸੀ, ਇੱਕ ਅਟਾਰਨੀ ਨੋਟਰੀ ਤੋਂ ਟੈਸਟ ਹੋ ਕੇ ਆ ਜਾਂਦੀ ਸੀ ਬਾਹਰੋਂ, ਬਟ ਹੁਣ ਜਿਹੜੀ ਆ ਇਹਨਾਂ ਨੇ ਰੀਸੈਂਟਲੀ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਨੇ, ਥੋੜਾ ਜਿਹਾ ਜ਼ਿਆਦਾ ਸਖਤੀ ਕਰ ਦਿੱਤੀ ਆ ਅਟਾਰਨੀ ਤੇ ਵੀ। ਜਿਹੜੇ ਕੰਟਰੀ ਤੋਂ ਅਟਾਰਨੀ ਬਣ ਕੇ ਆਣੀ ਆ ਉਹ
ਨੋਟਰੀ ਤੋਂ ਪਹਿਲਾਂ ਟੈਸਟ ਹੋਏਗੀ, ਨੋਟਰੀ ਜਾਂ ਉੱਥੇ ਐਡਵੋਕੇਟ ਉਹਨੂੰ ਸਬਸਕ੍ਰਾਈਬ ਕਰਕੇ ਜੀ ਪੂਰਾ ਬਣਾ ਕੇ ਦੈਨ ਉਹ ਨੋਟਰੀ ਟੈਸਟ ਕਰੇਗਾ। ਉਦੋਂ ਬਾਅਦ ਉਸ ਕੰਟਰੀ ਦਾ ਹਾਈ ਕਮਿਸ਼ਨ ਉਹਨੂੰ ਕਾਊਂਟਰ ਸਾਈਨ ਕਰੇਗਾ। ਜੀ ਹਾਂਜੀ, ਉਸ ਕਾਊਂਟਰ ਸਾਈਨ ਹੋਣ ਤੋਂ ਬਾਅਦ ਉਹ 2 ਵਿਟਨੈਸ ਉਹਦੇ ਤੇ ਜ਼ਰੂਰੀ ਆ। ਅਸੀਂ ਕਈ ਟੌਰਨੀਆਂ ਏਦਾਂ ਇੱਥੇ ਰਹਿ ਗਈਆਂ, ਫਿਰ ਵਾਪਸ ਭੇਜੀ ਦੀਆਂ, ਫਿਰ ਉਹ ਰੀਕਰੈਕਸ਼ਨ ਕਰਕੇ ਆਉਂਦੀਆਂ, ਟਾਈਮ ਵੇਸਟ ਹੁੰਦਾ। ਜੀ ਉਹ 2 ਵਿਟਨੈਸ ਪਲੱਸ ਹਾਈ ਕਮਿਸ਼ਨ ਦੀ ਕਾਊਂਟਰ ਸਾਈਨ ਹੋ ਕੇ ਟੌਰਨੀ ਦੇਣ ਵਾਲੇ ਦਾ ਪਾਸਪੋਰਟ ਦੀ ਕਾਪੀ, ਉਹਦੀ ਫੋਟੋ ਲੱਗੀ ਹੋਣੀ ਚਾਹੀਦੀ ਆ। ਫਿਰ ਉਹ ਇੱਥੇ ਆ ਕੇ ਵਿਦਿਨ 3 ਮੰਥਸ ਉਹਨੇ ਡੀਸੀ ਆਫਿਸ ਇਹਨੂੰ ਰਜਿਸਟਰ ਕਰਾਉਣਾ ਅਟਾਰਨੀ ਨੂੰ। ਓਕੇ ਹਰ ਜ਼ਿਲ੍ਹੇ ਦੇ ਡੀਸੀ ਆਫਿਸ 'ਚ ਇਹ ਬ੍ਰਾਂਚ ਖੁੱਲੀ ਹੋਈ ਆ। ਪਹਿਲੇ ਕਮਿਸ਼ਨਰ ਸਾਹਿਬ ਦੇ ਆਫਿਸ 'ਚ, ਹੁਣ ਡੀਸੀ ਆਫਿਸ ਹਰ ਜ਼ਿਲ੍ਹੇ 'ਚ। ਉਹ ਅਟਾਰਨੀ ਆ ਕੇ ਫਿਰ ਉੱਥੇ ਇਹਨੂੰ ਕਾਊਂਟਰ ਸਾਈਨ ਕੀਤਾ ਜਾਂਦਾ, ਉਹਨੂੰ ਟੈਸਟ ਕਰਦੇ ਨੇ। ਫਿਰ ਉਹ ਤੁਸੀਂ ਕਿਤੇ ਵੀ ਉਹਨੂੰ ਤਹਿਸੀਲ 'ਚ ਵੀ, ਰਜਿਸਟਰੀ 'ਚ ਵੀ, ਉਹਨੂੰ ਕੋਰਟਾਂ 'ਚ ਵੀ ਫਿਰ ਯੂਜ਼ ਕਰ ਸਕਦੇ ਆ। ਜੀ ਕਈ ਵਾਰੀ ਬਹੁਤਿਆਂ ਨੂੰ ਇਗਨੋਰੈਂਸ ਹੁੰਦੀ ਹੈ, ਟਾਈਮ ਲਗਾ ਲੈਂਦੇ ਆ, ਮਹੀਨਾ ਹਮ। 15 ਦਿਨ ਉੱਥੋਂ ਆਉਣ ਨੂੰ ਲੱਗ ਗਿਆ, ਫਿਰ ਇੱਥੇ ਲਿਆ ਕੇ ਰੱਖ ਛੱਡੀ। ਉਹ ਬਹੁਤ ਧਿਆਨ NRI ਵੀਰਾਂ ਨੂੰ ਰੱਖਣਾ ਚਾਹੀਦਾ। ਹੁਣ ਕਾਫੀ ਵੈਸੇ ਅਲਰਟ ਵੀ ਹੋ ਗਏ ਆ ਕਿ 3 ਮਹੀਨੇ ਦੇ ਵਿੱਚ ਟੈਸਟ ਕਰਾਣੀ ਹੁੰਦੀ ਇੱਥੇ ਆ ਕੇ, ਫਿਰ ਤੁਸੀਂ ਇਹਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ। ਓਕੇ, ਸੋ ਇਹ ਤਾਂ ਹੋ ਗਿਆ ਪਾਵਰ ਆਫ ਅਟਾਰਨੀ ਜਦੋਂ ਤੁਸੀਂ ਪਰਚੇਸ ਕਰਨਾ ਹੈ। ਤਾਂ ਜਦੋਂ ਸੇਲ ਕਰਨਾ ਹੈ ਉਦੋਂ ਵੀ ਸੇਮ ਪ੍ਰੋਸੈਸ ਹੈ ਪਾਵਰ ਆਫ ਅਟਾਰਨੀ ਦਾ। ਹਾਂਜੀ ਹਾਂਜੀ ਤੇ ਸੇਲ ਕਰਨ ਦਾ ਜਿਹੜਾ ਪ੍ਰੋਸੈਸ ਹੈ, ਪ੍ਰੋਸੀਜਰ ਹੈ, ਉਹਦੇ ਬਾਰੇ ਜ਼ਰਾ ਸਾਨੂੰ ਸਮਝਾਓ ਕਿ ਜਦੋਂ ਪ੍ਰੋਪਰਟੀ ਸੇਲ ਕਰਨੀ ਹੈ ਕਿ ਉਹ ਵੀ ਡਿਫਰੈਂਟ ਪ੍ਰੋਸੀਜਰਸ ਨੇ। ਜਿਸ ਤਰ੍ਹਾਂ ਕਮਰਸ਼ੀਅਲ ਪ੍ਰੋਪਰਟੀ ਦਾ ਅਲੱਗ ਪ੍ਰੋਸੀਜਰ ਹੈ, ਰੈਜ਼ੀਡੈਂਸ਼ੀਅਲ ਦਾ ਅਲੱਗ ਪ੍ਰੋਸੀਜਰ ਹੈ, ਤੇ ਐਗਰੀਕਲਚਰ ਔਰ ਪਲਾਂਟੇਸ਼ਨ ਲੈਂਡ ਦਾ ਅਲੱਗ ਪ੍ਰੋਸੀਜਰ ਹੈ। ਜਦੋਂ ਪ੍ਰਾਪਰਟੀ ਸੇਲ ਕਰਨੀ ਹੈ ਜੀ, ਉਹ ਜੇ ਤਾਂ ਸੇਲ ਕਰਨ ਤੋਂ ਬਾਅਦ ਇੱਥੇ ਰੀਇਨਵੈਸਟ ਕਰਨਾ, ਕਿਸੇ ਨੇ ਜ਼ਮੀਨ ਵੇਚੀ ਆ, ਮੰਨ ਲਓ ਐਗਰੀਕਲਚਰ ਲੈਂਡ ਸੇਲ ਕੀਤੀ ਹੈ, ਸ਼ੋਰ ਪਰ ਉਹਨੇ ਉਹ ਸੇਲ ਕਰਕੇ ਕੋਈ ਇੱਥੇ ਹੋਰ ਰੀਇਨਵੈਸਟਮੈਂਟ ਕਰਨੀ ਹੈ ਇੰਡੀਆ 'ਚ, ਹਾਂਜੀ ਉਹਦੇ 'ਚ ਵਿਦਿਨ 3 ਇਅਰਸ ਉਹਨਾਂ ਨੇ ਟਾਈਮ ਦਿੱਤਾ, 3 ਸਾਲ 'ਚ ਉਹਨੇ ਇਹਨੂੰ ਰੀਇਨਵੈਸਟ ਕਰਨਾ ਕਿਤੇ ਇੰਡੀਆ 'ਚ। ਜੀ ਜੀ ਫਿਰ ਉਹਦੇ ਤੇ ਟੈਕਸ ਨਹੀਂ ਲੱਗਦਾ। ਉਹ ਤੋਂ ਬਾਅਦ ਜਦ ਕਈ ਵਾਰੀ ਵੈਲਿਊ ਵੱਧ ਜਾਂਦੀ ਜਾਂ ਪ੍ਰਾਪਰਟੀ ਗੇਨ ਟੈਕਸ ਫਿਰ ਲੱਗ ਜਾਂਦਾ ਜੇ ਤੁਸੀਂ ਇੱਥੇ ਇਨਵੈਸਟ ਕਰਦੇ। ਸੈਕੰਡ ਥਿੰਗ ਆ ਗਈ ਕਿ ਉਹ ਸੇਲ ਕਰਕੇ NRI ਨੇ ਆਪਣੀ ਪੈਸੇ ਜਿਹੜੇ ਆ ਉਹ ਬਾਹਰ ਲੈ ਕੇ ਜਾਣੇ। ਓਕੇ ਉਹ ਬਾਹਰ ਲੈ ਕੇ ਜਾਣ ਵਾਸਤੇ ਉਹਨੂੰ ਪ੍ਰੋਪਰ ਸੋਰਸ ਜਿਹੜਾ ਆ ਉਹ ਅਡਾਪਟ ਕਰਨਾ ਚਾਹੀਦਾ ਹੈ। ਜਿਵੇਂ NRI ਅਕਾਊਂਟ, NRE ਅਕਾਊਂਟ, ਇਹ ਦੋਵੇਂ ਬੈਂਕਾਂ 'ਚ ਇੱਥੇ ਅਵੇਲੇਬਲ ਨੇ ਜੀ। ਉਹ ਅਕਾਊਂਟ NRI ਦਾ ਖੋਲ ਦਿੰਦੇ ਨੇ, ਉਹ ਉੱਥੇ ਪੈਸੇ ਥਰੂ ਬੈਂਕ ਲੈ ਕੇ ਜਾਣੇ ਚਾਹੀਦੇ ਆ ਜੀ। ਔਰ ਉਹ ਹੀ ਪ੍ਰੋਪਰ ਪ੍ਰੋਸੀਜਰ ਆ। ਉਹਦੇ ਨਾਲ ਟੈਕਸ ਟੁਕਸ ਵੀ ਬੈਂਕਾਂ ਦਾ ਜਿਹੜਾ ਉਹ ਜੋ ਪ੍ਰੋਪਰ ਸਮਝਦੇ ਆ ਉਹ ਲੱਗਦਾ ਹੈ। ਜਿਵੇਂ ਉੱਥੇ ਵੀ ਲਿਮਿਟ ਆ, ਉੱਥੇ ਵੀ ਆਪਾਂ ਜਾਂਦੇ ਰਹਿੰਦੇ ਆ ਕੈਨੇਡਾ ਅਮਰੀਕਾ ਵੀ, ਉੱਥੇ ਵੀ ਤੁਹਾਡੇ ਅਕਾਊਂਟ 'ਚ ਜੇ ਕੋਈ ਹੈਵੀ ਅਮਾਊਂਟ ਆਉਂਦਾ ਯੂ ਹੈਵ ਟੂ ਕਲੈਰੀਫਾਈ। 5000 ਦੀ ਲਿਮਿਟ ਆ, ਕਈ 10,000 ਦੀ ਲਿਮਿਟ ਆ। ਜੇ ਤੋਂ ਜ਼ਿਆਦਾ ਅਮਾਊਂਟ ਤੁਹਾਡੇ ਅਕਾਊਂਟ 'ਚ ਆਉਂਦਾ ਤੇ ਯੂ ਹੈਵ ਟੂ ਕਲੈਰੀਫਾਈ ਕਿ ਕਿੱਥੋਂ ਆਇਆ ਜਾਂ ਕਿਵੇਂ ਆ। ਜੀ ਜੀ ਇੱਥੋਂ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਜਿਹੜੀ ਆਪਾਂ ਸੇਲ ਕਰ ਰਹੇ ਹਾਂ ਇੱਥੇ ਪ੍ਰਾਪਰਟੀ, ਉਹਦੀ ਜਿਹੜੀ ਆਪਾਂ ਪੇਮੈਂਟ ਰਿਸੀਵ ਕਰਦੇ ਆ ਉਹ ਵੀ ਥਰੂ ਬੈਂਕ ਹੀ ਕੀਤੀ ਜਾਵੇ ਪ੍ਰੈਫਰੇਬਲੀ। ਜੀ ਜੀ ਬੈਂਕ ਰਿਕਾਰਡ ਰਹੇਗਾ, ਉਹਦੇ 'ਚ ਲਿਖਿਆ ਆ ਜਾਏਗਾ ਔਰ ਉਹ ਤੁਹਾਡੀ ਵਾਈਟ ਮਨੀ ਹੋ ਜਾਏਗੀ। ਉਹਨੂੰ ਤੁਹਾਨੂੰ ਰੀਇਨਵੈਸਟ ਲਈ ਵੀ ਸੌਖਾ ਆ। ਜੇ ਤੁਸੀਂ ਬਾਹਰ ਲੈ ਕੇ ਜਾਣੇ ਪੈਸੇ ਦੈਨ ਵੀ ਉਹ ਤੁਹਾਨੂੰ ਈਜ਼ੀ ਹੈ ਕਿ ਥਰੂ ਬੈਂਕ ਪੇਮੈਂਟ ਬਾਈ ਚੈੱਕ ਲਈ ਜਾਵੇ ਜਾਂ ਬਾਈ ਡਰਾਫਟ ਲਈ ਜਾਵੇ। ਜਿਹੜਾ ਤੁਹਾਨੂੰ ਪੇਮੈਂਟ ਕਰਨ ਵਾਲਾ ਆ ਉਹ ਕੋਸ਼ਿਸ਼ ਕਰੋ ਕਿ ਬਾਹਰੋਂ ਹਵਾ 'ਚ ਪੇਮੈਂਟ ਲੈਣ ਦੀ ਬਜਾਏ ਉਹਨੂੰ ਥਰੂ ਬੈਂਕ ਹੀ ਪੇਮੈਂਟ ਲਈ ਜਾਵੇ। ਮੋਰ ਸੇਫ ਵੇ ਹੈ ਜੀ। ਔਰ ਜੋ ਇਹ ਹਵਾਲਾ ਕਰਕੇ ਕੁਝ ਕੇਸਿਸ ਸਾਹਮਣੇ ਆਏ ਸੀਗੇ ਕਿ ਉਹਦੇ 'ਚ ਕੁਝ ਗੜਬੜ ਪੈਦਾ ਹੋਈ ਹੈ, ਜ਼ਰਾ ਉਹ ਤਫਸੀਲ 'ਚ ਦੱਸੋ ਕਿਉਂਕਿ NRIs ਜ਼ਰੂਰ ਜਾਣਨਾ ਚਾਹੁੰਦੇ ਨੇ ਕਿਉਂਕਿ ਬਹੁਤ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਹੈ। ਜਿਹੜਾ ਤੇ ਸੋਰਸ ਖੰਨਾ ਜੀ ਆਪਾਂ ਆਲਰੇਡੀ ਡਿਸਕਸ ਕੀਤੇ ਆ। ਇਹ ਤੋਂ ਇਲਾਵਾ ਜਿਹੜੇ ਵੀ ਕੋਈ ਕਰਦੇ ਆ ਉਹ ਦੈਨ ਤਾਂ ਫਿਰ ਪ੍ਰੋਬਲਮ ਆਣੀ ਹਵਾਲਾ ਦੀ ਆਏਗੀ ਜਾਂ ਕੁਝ ਵੀ ਆਏਗੀ। ਉਹ ਤਾਂ ਅਦਰ ਮੀਨਸ ਜਿਹੜੇ ਵੀ ਵਰਤਦੇ ਨੇ ਜਾਂ ਅਦਰ ਮੀਨਸ ਨਾਲ ਪੈਸੇ ਜਾਂਦੇ ਨੇ ਉਹ ਤੇ ਫਿਰ ਐਕਟ ਲੱਗਣਾ ਹੀ ਲੱਗਣਾ ਆ। ਉਹ ਕਈ ਵਾਰੀ ਟੈਕਸ ਬਹੁਤ ਹੈਵੀ ਲੱਗਦਾ, ਕਈ ਵਾਰੀ ਪ੍ਰਾਪਰਟੀ ਵੀ ਕਨਫਿਸਕੇਟ ਹੋ ਜਾਂਦੀ ਆ। ਜਿਹੜੀ ਡੀਲ ਕੀਤੀ ਆ ਉਹ ਵੀ ਲੈ ਜਾਂਦੀ ਆ, ਪਲੱਸ ਟੈਕਸ ਬਹੁਤ ਲੱਗਦੇ ਨੇ। ਬਟ ਇਹ ਅਦਰ ਸੋਰਸਿਸ ਤੋਂ ਬਚਣਾ ਹੀ ਚਾਹੀਦਾ ਹੈ ਥਰੂ
ਪ੍ਰੋਪਰ ਚੈਨਲ ਆਰਬੀਆਈ ਦੀ ਪਰਮਿਸ਼ਨ ਲੈ ਕੇ ਔਰ ਜਿਹੜਾ ਮੈਂ ਪ੍ਰੋਸੀਜਰ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ NRI ਔਰ NRE ਅਕਾਊਂਟ ਜਿਹੜੇ ਆ ਬੈਂਕ ਦੇ ਥਰੂ ਹੀ ਇਹ ਪੈਸੇ ਜਾਣ ਤੇ ਉਹ ਜ਼ਿਆਦਾ ਸੇਫ ਵੇ ਹੈਗਾ। जी, और कई बार ਅਸੀਂ ਦੇਖਦੇ ਹਾਂ ਕਿ ਕਿਉਂਕਿ NRI ਖੁਦ ਡਿਟੇਲਸ ਨਹੀਂ ਜਾਣਦੇ ਉਸ ਪ੍ਰਾਪਰਟੀ ਦੀਆਂ ਕਿ ਉਹਦੀ ਮਲਕੀਅਤ ਕਿਸ ਦੇ ਨਾਂ ਦੇ ਉੱਤੇ ਹੈ, ਕੌਣ ਓਨਰ ਹੈ। ਕਈ ਵਾਰ ਫਰਾਡ ਹੋ ਜਾਂਦਾ ਹੈ ਕਿ ਜ਼ਮੀਨ ਕਿਸੇ ਦੀ ਹੁੰਦੀ ਹੈ, ਵੇਚ ਕੌਣ ਜਾਂਦਾ ਹੈ, ਕਬਜ਼ਾ ਹੁੰਦਾ ਹੈ ਔਰ ਕਬਜ਼ਾ ਲੈਣ ਲੱਗੇ ਮੁਸ਼ਕਿਲ ਹੁੰਦੀ ਹੈ। ਕਈ ਵਾਰ ਆਲਰੇਡੀ ਉਹਦੇ ਉੱਤੇ ਕੋਈ ਟੈਨੈਂਟਸ ਬੈਠੇ ਹੁੰਦੇ ਨੇ। ਸੋ ਇਹ ਸਾਰੀਆਂ ਤਮਾਮ ਪਰੇਸ਼ਾਨੀਆਂ ਹੁੰਦੀਆਂ ਨੇ ਪ੍ਰਾਪਰਟੀ ਨੂੰ ਲੈ ਕੇ, ਅਸੀਂ ਡੇਲੀ ਲਾਈਫ ਦੇ ਵਿੱਚ ਦੇਖਦੇ ਹਾਂ। ਤੇ NRIs ਇਸ ਨੂੰ ਕਿਸ ਤਰ੍ਹਾਂ ਅਵੋਇਡ ਕਰ ਸਕਦੇ ਨੇ? ਦੇਖੋ ਜੀ, ਪਹਿਲਾਂ ਤੇ ਖਰੀਦਣ ਤੋਂ ਪਹਿਲਾਂ ਤੇ ਓਨਰਸ਼ਿਪ ਤਾਂ ਬਹੁਤ ਜ਼ਰੂਰੀ ਹੈ जी ਕਲੀਅਰ ਓਨਰਸ਼ਿਪ ਹੋਣਾ ਬਹੁਤ ਜ਼ਰੂਰੀ ਹੈ। ਇੱਕ ਸਾਡੇ ਖੰਨਾ ਜੀ ਜਿਹੜਾ ਅਸੀਂ ਦੇਖਦੇ ਕੇਸ ਸਾਡੇ ਕੋਲ ਕਾਫੀ ਆਏ ਨੇ, ਚੱਲ ਵੀ ਰਹੇ ਨੇ। जी ਤੇ ਜੁਆਇੰਟ ਖਾਤਾ ਜਿਵੇਂ ਹੁੰਦਾ, ਤੁਸੀਂ ਕਹਿ ਲਓ ਕਿ ਸਾਂਝਾ ਖਾਤਾ ਪਿੰਡਾਂ 'ਚ ਹੁੰਦਾ, ਜ਼ਮੀਨ ਕਈ ਵਾਰੀ 3 ਪੀੜ੍ਹੀਆਂ ਤੋਂ ਜੁਆਇੰਟ ਖਾਤਾ ਹੀ ਚੱਲੀ ਜਾਂਦਾ। ओके ਉਹ ਉਹਨਾਂ ਨੇ ਡਿਵਾਈਡ ਨਹੀਂ ਕੀਤਾ ਹੁੰਦਾ, ਉਹਨੂੰ ਤਕਸੀਮ ਕਹਿ ਦਿੰਦੇ ਆ ਅਸੀਂ। ਜਿਹੜਾ ਤਹਿਸੀਲ ਤੇ ਤਕਸੀਮ ਕੀਤੀ ਜਾਂਦੀ ਹੈ, ਉਹ ਪਾਰਟਿਕੂਲਰ ਹਿੱਸਾ ਕਿਹੜੇ ਮਾਲਕ ਦੇ ਨਾਂ, ਕਿਹੜਾ ਪਾਰਟ ਉਹਨੇ ਲੈਣਾ ਆ, ਉਹ ਉਹਦੇ ਨਾਂ ਚੜਾਉਣਾ ਬਹੁਤ ਜ਼ਰੂਰੀ ਆ। ਜਦ ਕਿ ਜਿਹੜਾ ਸਾਂਝਾ ਖਾਤਾ ਹੈ ਉਹਦੇ 'ਚ ਕੋਈ ਵੀ ਹਿੱਸੇਦਾਰ ਕਿਸੇ ਵੀ ਪਾਰਟ ਨੂੰ ਵੇਚੀ ਜਾਂਦਾ ਆ, ਉਹ ਕਈ ਵਾਰੀ ਉਹ ਪਾਰਟ ਦੂਸਰੇ ਹਿੱਸੇਦਾਰ ਦੇ ਕਬਜ਼ੇ 'ਚ ਹੁੰਦਾ ਆ। ਪਰ ਹਾਂਜੀ। ਉਹ ਜੁਆਇੰਟ ਖਾਤਾ ਹੋਣ ਕਰਕੇ ਵੇਚਣ ਦਾ ਤਾਂ ਉਹਨੂੰ ਰਾਈਟ ਹੈਗਾ ਆ, ਉਹ ਆਪਣਾ ਹਿੱਸਾ ਵੇਚ ਸਕਦਾ। ਪਰ ਉਹ ਕਿਸੇ ਦੂਸਰੀ ਪਾਰਟ ਚੋਂ ਵੀ ਹਿੱਸਾ ਕਈ ਵਾਰੀ ਵੇਚ ਜਾਂਦੇ ਆ। ਉਹਦੇ ਨਾਲ ਫਿਰ ਬਹੁਤ ਝਗੜੇ ਪੈਦਾ ਹੁੰਦੇ ਆ। ਇੱਕ ਜਗ੍ਹਾ 4-4 ਵਾਰੀ ਵਿਕ ਜਾਂਦੀ ਆ, ਉਹ ਆਪਣੇ ਹਿੱਸੇ ਤੋਂ ਵੱਧ ਵੀ ਕਈ ਵਾਰੀ ਵੇਚ ਜਾਂਦਾ। ਨੰਬਰ ਆਫ ਕੇਸਿਸ, ਨੰਬਰ ਆਫ ਲਿਟੀਗੇਸ਼ਨ ਇਹ ਜਿਹੜੀ ਚੱਲਦੀ ਆ, ਸਾਡੇ ਧਿਆਨ 'ਚ ਆਈ ਆ ਕਿ ਬਹੁਤੇ ਲੋਕ ਤਕਸੀਮ ਨਹੀਂ ਕਰਾਉਂਦੇ। ਆਪਣਾ ਜੀ। ਖਾਤਾ ਜਿਹੜਾ ਤਕਸੀਮ ਸਾਰਿਆਂ ਨੂੰ ਕਰਾਉਣਾ ਚਾਹੀਦਾ, ਚਾਹੇ ਅਸੀਂ ਇੱਥੇ ਬੈਠੇ ਆ, ਅਸੀਂ ਵੀ ਰੱਖਦੇ ਧਿਆਨ। NRI ਨੂੰ ਤਾਂ ਬਹੁਤ ਜ਼ਰੂਰੀ ਆ ਕਿਉਂਕਿ ਉਹ ਬਾਹਰ ਬੈਠੇ ਆ, ਦੂਰ ਬੈਠੇ ਆ, ਮੈਨੇਜ ਕਰਨਾ ਔਖਾ ਹੋ ਜਾਂਦਾ। ਰਿਕਾਰਡ ਹਰ ਵੇਲੇ ਚੈੱਕ ਕਰਨਾ ਵੀ ਟਾਈਮ ਨਹੀਂ ਹੁੰਦਾ। ਮਤਲਬ ਤੁਹਾਨੂੰ ਆਪਣਾ ਹਿੱਸਾ ਤੇ ਮਿਲਣਾ ਹੀ ਮਿਲਣਾ ਹੈ, ਚਾਹੇ ਕਿਤੇੋਂ ਮਿਲ ਜਾਏ। हाँ जी ਹੁੰਦਾ ਸੀਗਾ ਜੀ ਲਾਲਚ ਕਿ ਸਾਨੂੰ ਪਿੰਡ ਦੇ ਲਾਗਿਓ ਮਿਲ ਜੇ, ਸਾਨੂੰ ਰਸਤਾ ਨਾਲ ਵੱਡਾ ਲੱਗ ਜੇ, ਰੋਡ ਦੇ ਨਾਲ ਮਿਲ ਜੇ, ਉਹਦੀ ਵੈਲਿਊ ਜ਼ਿਆਦਾ ਹੋਏਗੀ। ਪਰ ਅਸੀਂ ਜ਼ਿਆਦਾ ਵੈਲਿਊ ਲੱਭਦੇ ਲੱਭਦੇ ਕਈ ਵਾਰੀ ਥੋੜੀ ਵਾਲੀ ਵੀ ਗਵਾ ਲੈਂਦੇ ਹਾਂ। ओके ਸੋ ਆਪਣਾ ਹਿੱਸਾ ਕਲੀਅਰ ਮਾਲਕੀ ਕਿਤੋਂ ਵੀ ਲੈ ਲੈਣੀ ਚਾਹੀਦੀ ਆ, ਔਰ ਖਰੀਦਣ ਵੇਲੇ ਵੀ ਉਹੀ ਪ੍ਰਾਪਰਟੀ ਖਰੀਦੋ ਜਿਹੜੀ ਤਕਸੀਮ ਹੋਈ ਆ ਔਰ ਜਿਹਦੀ ਮਾਲਕੀ ਕਲੀਅਰ ਹੈ। ਇਹ ओके ਬਹੁਤ ਧਿਆਨ 'ਚ ਰੱਖਣ ਵਾਲੀ ਗੱਲ। ਕਈ ਵਾਰ ਮੰਨ ਲਓ ਫਰਾਡ ਹੋ ਹੀ ਗਿਆ, ਮੰਨ ਲਓ ਠੱਗੀ ਹੋ ਹੀ ਗਈ, ਤੇ ਫਿਰ ਕੇਸ ਕਿੱਦਾਂ ਫਾਈਲ ਕੀਤਾ ਜਾਵੇ? ਉਹ NRI ਕੋਰਟਸ ਬਣੀਆਂ ਜੀ, ਉਹਦੇ 'ਚ NRI ਦਾ ਕੇਸ ਹੀ ਡਿਫਰੈਂਟ ਲੱਗਦਾ। NRI ਥਾਣੇ ਵੀ ਬਣ ਗਏ, NRI ਵਿੰਗ ਇੱਕ ਬਣਿਆ ਆ ਪੰਜਾਬ ਲੈਵਲ ਤੇ। IG ਸਾਹਿਬ, ਹਾਂਜੀ। AG ਸਾਹਿਬ ਚੰਡੀਗੜ੍ਹ ਬਹਿੰਦੇ ਆ, NRI ਮਸਲੇ ਡੀਲ ਕਰਦੇ ਆ। ਜੇ ਕਿਸੇ NRI ਨਾਲ ਏਦਾਂ ਦਾ ਕੋਈ ਫਰਾਡ ਹੁੰਦਾ, ਉਹਦੇ 'ਚ ਉਹ ਕ੍ਰਿਮੀਨਲ ਐਕਸ਼ਨ ਵੀ ਹੁੰਦਾ, ਪਲੱਸ ਸਿਵਲ ਕੋਰਟਾਂ 'ਚ NRI ਕੋਰਟ ਵੀ ਬਣੀ ਹੋਈ ਆ। ਉਹ ਜੀ। NRI ਕੋਰਟ ਵੀ ਡੀਲ ਕਰਦੀ ਆ ਫਿਰ ਉਸਨੂੰ। ਔਰ ਰੈਵਨਿਊ ਲਈ DRO ਦੀ ਕੋਰਟ ਬਣਾ ਦਿੱਤੀ ਹੈ NRI ਕੋਰਟ। जी जी ਉਹ ਉਹਨਾਂ ਦੀ ਫਿਰ NRI ਦਾ ਜੇ ਕੋਈ ਹੋ ਜਾਵੇ ਤੇ ਉਹ ਪ੍ਰੋਪਰ ਉਹਨਾਂ ਦੀ ਸੁਣਵਾਈ ਹੁੰਦੀ ਹੈ, ਉਹਦਾ ਹੱਲ ਨਿਕਲਦਾ ਹੈ। ਔਰ ਜਦੋਂ ਉਹ ਖੁਦ ਇੱਥੇ ਮੌਜੂਦ ਨਹੀਂ ਹੈ, ਕਿਉਂਕਿ ਹਰ ਵਾਰ ਤੇ ਉਹ ਨਹੀਂ ਨਾ ਆ ਸਕਦਾ, ਹਰ ਡੇਟ ਦੇ ਉੱਤੇ ਖੁਦ ਨਹੀਂ ਆ ਸਕਦਾ, ਹਾਂਜੀ ਹਾਂਜੀ, ਤੇ ਫਿਰ ਉਹਦਾ ਕੀ ਆਲਟਰਨੇਟਿਵ ਹੈ? ਉਹੀ ਫਿਰ ਪਾਵਰ ਆਫ ਅਟਾਰਨੀ ਦੇ ਰਾਹੀਂ ਵੀ ਕਰ ਸਕਦਾ। ਸਿਵਲ ਸੂਟ ਦੀ ਤਾਂ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ। ਕ੍ਰਿਮੀਨਲ ਅਫੈਂਸ ਜਾਂ ਕ੍ਰਿਮੀਨਲ ਕੇਸ ਜੇ ਕਰਨਾ ਹੈ ਤਾਂ ਫਿਰ ਉਹਦੀ ਹਾਜ਼ਰੀ ਲੋੜ ਪੈਂਦੀ। ओके ਸਿਵਲ ਵਾਸਤੇ ਕੋਈ ਬਹੁਤੀ ਹਾਜ਼ਰੀ ਦੀ ਲੋੜ ਨਹੀਂ ਪੈਂਦੀ, ਉਹ ਪਾਵਰ ਆਫ ਅਟਾਰਨੀ ਦੇ ਥਰੂ ਵੀ ਚੱਲ ਜਾਂਦੀ ਹੈ। ਪਲੱਸ ਉਹ ਵੈਬਸਾਈਟ ਰਾਹੀਂ ਜਾਂ ਹੋਰ ਵੀ ਆਪਣੀ ਕੰਪਲੇਂਟ ਸਿੱਧੇ ਵੀ ਕਰ ਸਕਦੇ ਆ ਕ੍ਰਿਮੀਨਲ ਉੱਥੋਂ। ਬਟ ਸਿਵਲ ਵਾਸਤੇ ਨਹੀਂ ਲੋੜ, ਕ੍ਰਿਮੀਨਲ ਵਾਸਤੇ ਉਹਦੀ ਹਾਜ਼ਰੀ ਦੀ ਲੋੜ ਪੈਂਦੀ। ਮਤਲਬ ਆਨਲਾਈਨ ਕੰਪਲੇਂਟ ਉਹ ਪੁਲਿਸ ਸਟੇਸ਼ਨ ਦੇ ਵਿੱਚ ਕਰ ਸਕਦੇ ਨੇ? ਕਰ ਸਕਦੇ, ਆਨਲਾਈਨ ਵੀ ਕਰ ਸਕਦੇ, ਹਾਂਜੀ। ਤੇ ਫਿਰ ਜਦੋਂ ਕੇਸ ਚੱਲ ਰਿਹਾ ਹੈ, ਆਨਲਾਈਨ ਪ੍ਰੋਸੀਡਿੰਗਸ ਵੀ ਉਹ ਦੇਖ ਸਕਦੇ ਨੇ ਕੋਰਟ ਵਿੱਚ ਕੀ ਹੋ ਰਿਹਾ ਥਰੂ ਇੰਟਰਨੈਟ, ਥਰੂ ਵੈਬਕੈਮ? ਉਹ ਅਪਡੇਟ ਉਹਨਾਂ ਨੂੰ ਜਾਂਦੀ ਵੀ ਰਹਿੰਦੀ ਹੈ ਜੀ। ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਰਹਿੰਦੇ ਨੇ ਵੀ ਤੁਹਾਡਾ ਹੁਣ ਇਸ ਸਟੇਜ ਤੇ ਆ ਗਿਆ, ਇਸ ਸਟੇਜ ਤੇ ਆ ਗਿਆ, ਇਨਕੁਆਇਰੀ ਚੱਲ ਰਹੀ ਆ, ਰਿਕਾਰਡ ਵੈਰੀਫਾਈ ਹੋ ਰਿਹਾ, ਬੰਦਿਆਂ ਨੂੰ ਬੁਲਾ ਰਹੇ ਆ। ਬਟ ਜਦੋਂ ਕੋਈ FIR ਜਾਂ ਕੋਈ ਐਕਸ਼ਨ ਹੋਣਾ ਆ, ਉਦੋਂ ਅਸੀਂ ਸਮਝਦੇ ਹਾਂ ਕਿ ਜਿਹੜਿਆਂ ਦੀ ਹਾਜ਼ਰੀ ਹੁੰਦੀ ਆ ਉਹ ਜ਼ਿਆਦਾ ਚੰਗੀ ਤਰ੍ਹਾਂ ਪਰਸੂ ਹੋ ਜਾਂਦੇ ਨੇ ਕੇਸ, ਤੇ ਜਿਹੜੇ ਇੱਥੇ ਨਹੀਂ ਆਉਂਦੇ ਉਹ ਕੇਸ ਕਈ ਵਾਰੀ ਇੰਨੀ ਚੰਗੀ ਤਰ੍ਹਾਂ ਪਰਸੂ ਨਹੀਂ ਹੋ ਪਾਉਂਦੇ।
ਉਸ ਕਰਕੇ ਉਦੋਂ ਹਾਜ਼ਰੀ ਦੀ ਲੋੜ ਪੈਂਦੀ ਆ, ਉਦੋਂ ਖੁਦ ਹਾਜ਼ਰ ਹੋ ਕੇ ਇਹ ਕਾਰਵਾਈ ਕਰਾਉਣੀ ਜ਼ਿਆਦਾ ਇਫੈਕਟਿਵ ਹੋ ਜਾਂਦੀ। ਪਰ ਅਸੀਂ ਇਹ ਵੀ ਇੱਕ ਨਿਸ਼ਚਿਤ ਕਰ ਸਕਦੇ ਹਾਂ ਕਿ ਇਹਦਾ ਟਾਈਮ ਪੀਰੀਅਡ ਕਿੰਨਾ ਹੋਏਗਾ, ਕਿਉਂਕਿ ਅਸੀਂ ਦੇਖਦੇ ਹਾਂ ਕੋਰਟਾਂ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਕੇਸ ਨੂੰ ਡਿਸਾਈਡ ਹੋਣ ਦੇ ਵਿੱਚ। ਨਹੀਂ, ਉਹ ਖੰਨਾ ਜੀ, ਉਹ ਜਿਹੜਾ NRI ਕੋਰਟ ਆ ਉਹ ਬਹੁਤ ਸਪੀਡੀ ਆ ਜੀ। ਉਹ ਸਿਰਫ NRI ਦੇ ਹੀ ਮਸਲੇ ਉੱਤੇ ਜਾਂਦੇ ਆ। ਜੀ ਹੁਣ ਦੂਸਰੇ ਜਿਹੜੇ ਰੂਟੀਨ ਦੇ ਕੇਸ ਆ ਉਹ ਤਾਂ ਸਾਡੇ ਕਈ ਵਾਰੀ 5 ਸਾਲ 10 ਸਾਲ ਵੀ ਲੱਗ ਜਾਂਦੇ ਆ। ਪਰ ਉਹ ਜਿਹੜੀ ਕੋਰਟ ਆ ਉਹ ਕਾਫੀ ਸਪੀਡੀ ਆ ਔਰ ਅਸੀਂ ਅੱਗੇ ਵੀ ਡਿਸਕਸ ਕਰਦੇ ਰਹੇ ਹਾਂ ਕਿ 13-20 ਰੈਂਟ ਐਕਟ ਤਾਂ ਲਿਖਿਆ, ਕਲੀਅਰ ਐਕਟ 'ਚ ਲਿਖਿਆ ਵਿਦਿਨ 3 ਮੰਥ ਕੇਸ ਡਿਸਾਈਡ ਕਰਨਾ, ਐਕਟ ਦੇ ਵਿੱਚ ਲਿਖਿਆ ਹੋਇਆ। ਔਨਰੇਬਲ ਸੁਪਰੀਮ ਕੋਰਟ ਨੇ ਇਹ ਬੜੀ ਵੱਡੀ ਫੈਸਿਲਿਟੀ NRI ਨੂੰ ਦਿੱਤੀ ਆ ਔਰ ਉਹ ਟਾਈਮ ਬਾਉਂਡ ਹੁੰਦੇ ਆ ਔਰ ਟਾਈਮ ਬਾਉਂਡ ਕਰਕੇ ਕੇਸ ਬਹੁਤ ਛੇਤੀ ਡਿਸਾਈਡ ਹੋ ਉਹਦਾ ਦਿੱਤੀ ਗਈ NRI। ਇੱਕ ਇੱਥੇ ਪੁਆਇੰਟ ਆਉਂਦਾ ਹੈ ਜੋ ਕਾਫੀ ਜ਼ਿਆਦਾ ਚਰਚਾ 'ਚ ਹੈ, ਡਿਊਲ ਸਿਟੀਜ਼ਨਸ਼ਿਪ, ਕਿ ਤੁਸੀਂ ਜਿਸ ਕੰਟਰੀ 'ਚ ਹੈਗੇ ਹੋ, ਸੈਟਲ ਹੋਏ ਹੋ, ਉੱਥੋਂ ਦੀ ਸਿਟੀਜ਼ਨਸ਼ਿਪ ਵੀ ਤੁਹਾਡੇ ਕੋਲ ਹੈ ਔਰ ਭਾਰਤ ਦੀ ਨਾਗਰਿਕਤਾ ਵੀ ਤੁਹਾਡੇ ਕੋਲ ਹੈ। ਇਹ ਡਿਊਲ ਸਿਟੀਜ਼ਨਸ਼ਿਪ ਨੂੰ ਜ਼ਰਾ ਸਮਝਾਓ। ਇਹ ਖੰਨਾ ਜੀ ਬੜਾ ਅੱਜ ਕੱਲ੍ਹ ਜ਼ਰੂਰੀ ਹੋ ਗਿਆ, ਕਿਉਂਕਿ ਪ੍ਰਾਪਰਟੀਆਂ ਵੀ ਇੱਥੇ ਆ, ਹੋਰ ਕੰਮ ਵੀ ਪੈਂਦੇ ਰਹਿੰਦੇ NRI ਨੂੰ। ਇਹ ਡਿਊਲ ਸਿਟੀਜ਼ਨਸ਼ਿਪ ਕਾਫੀ ਲੋਕ ਲੈ ਰਹੇ ਆ। OCI ਕਾਰਡ ਇੱਕ ਬਣਦਾ, ਉਹ DC ਆਫਿਸ 'ਚ ਕਾਰਡ ਬਣਦਾ ਹੈ ਜੀ। ਉਹ ਉਹਦੇ 'ਚ ਲਿਖਿਆ ਕਿ ਉਹ ਜਿਹੜਾ NRI ਆ ਬੋਰਨ ਇਨ ਇੰਡੀਆ ਜੀ ਸੈਟਲਡ ਅਬਰੋਡ, ਉਹਦਾ ਬਰਥ ਸਰਟੀਫਿਕੇਟ ਲਾਇਆ ਜਾਂਦਾ ਨਾ, ਕਿਉਂਕਿ ਉਹ ਇੰਡੀਆ 'ਚ ਬੋਰਨ ਹੋਇਆ। ਬਾਹਰ ਜਾ ਕੇ ਚਾਹੇ ਉਹ PR ਆ, ਚਾਹੇ ਉਹਨੇ ਸਿਟੀਜ਼ਨ ਲੈ ਲਈ ਆ ਉੱਥੇ, ਪਰ ਉਹ ਇੰਡੀਆ 'ਚ ਬੋਰਨ ਹੋਇਆ ਹੋਵੇ, ਦੈਨ ਉਹਨੂੰ ਇਹ ਫੈਸਿਲਿਟੀ ਦਿੱਤੀ ਗਈ ਹੈ ਕਿ ਉਹ ਇਹ ਕਾਰਡ ਬਣਾ ਸਕਦਾ। ਸਿਰਫ ਉਹਨੂੰ ਆਪਣਾ ਉਹ ਲੱਭਣਾ ਪੈਂਦਾ ਕਿ ਬਰਥ ਸਰਟੀਫਿਕੇਟ ਰਜਿਸਟਰ ਕਰਾਇਆ ਹੋਵੇ ਔਰ ਬਰਥ ਸਰਟੀਫਿਕੇਟ ਉਹਦੇ ਨਾਲ ਲੱਗਦਾ। ਉਹ DC ਆਫਿਸ ਤੋਂ ਉਹ ਕਾਰਡ ਬਣ ਰਹੇ ਔਰ ਕਾਫੀ ਲੋਕ ਉਹਦਾ ਬੈਨੀਫਿਟ ਲੈ ਰਹੇ ਜੀ। ਇਹ ਕਾਫੀ ਹੈਲਪਫੁਲ ਹੈਗਾ। ਤੁਹਾਨੂੰ ਤੁਸੀਂ ਕੋਈ ਮੈਰਿਜ ਰਜਿਸਟਰ ਕਰਾਣੀ ਆ, ਬੱਚਿਆਂ ਨੇ ਇੱਥੇ ਕੋਰਟ ਮੈਰਿਜ ਕਰਨੀ ਆ, ਉਹਦਾ ਪ੍ਰੂਫ ਨਾਲ ਲੱਗ ਜਾਂਦਾ ਆ। ਕਾਰਡ ਨਾਲ ਬਣਿਆ ਹੋਵੇ, ਉਹਦੀ ਬੜੀ ਫੈਸਿਲਿਟੀ ਹੋ ਜਾਂਦੀ ਆ। ਪਲੱਸ ਜਿਵੇਂ NRI ਕੋਰਟ 'ਚ ਕੇਸ ਲਾਉਣਾ, ਤੁਸੀਂ ਪ੍ਰੂਵ ਕਰਨਾ ਕਿ ਮੈਂ NRI ਆ, ਉਹ ਤੁਹਾਡਾ ਲੋਕਲ DC ਆਫਿਸ ਦਾ ਕਾਰਡ ਬਣਿਆ ਹੋਵੇ, ਉੱਥੇ ਤੁਹਾਡੀ ਹੈਲਪ ਕਰਦਾ। ਪ੍ਰਾਪਰਟੀ ਸੇਲ ਪਰਚੇਜ ਕਰਨੀ ਆ, ਉੱਥੇ ਵੀ ਇਹ ਕਾਰਡ, ਮਤਲਬ ਇੰਗਲੈਂਡ ਦੇ ਲੋਕਾਂ ਨੇ ਤਾਂ ਬਹੁਤ ਜ਼ਿਆਦਾ ਸ਼ੁਰੂ ਉਹਨਾਂ ਨੇ ਕੀਤਾ ਔਰ ਕਾਫੀ ਬਣਾ ਰਹੇ ਆ। ਹੋਰ ਵੀ ਬਾਹਰਲੇ ਕੰਟਰੀਜ਼ ਦੇ ਲੋਕ ਇਹਨੂੰ ਬਣਾ ਲੈਣਾ ਚਾਹੀਦਾ ਔਰ ਇਹ ਵੱਡੀ ਫੈਸਿਲਿਟੀ ਦਿੱਤੀ ਗਈ ਹੈ NRI। ਆਪਾਂ ਇੱਕ ਸਿਚੁਏਸ਼ਨ ਲੈਂਦੇ ਹਾਂ, ਮੰਨ ਲਓ ਉਹਨੇ ਪ੍ਰਾਪਰਟੀ ਵੇਚਣੀ ਨਹੀਂ ਹੈ ਬਲਕਿ ਕਿਸੇ ਨੂੰ ਗਿਫਟ ਕਰਨੀ ਹੈ, ਤਾਂ ਉਹਦਾ ਕੀ ਪ੍ਰੋਸੈਸ ਹੈ? ਔਰ ਉਹ ਜਿਹਨੂੰ ਗਿਫਟ ਕਰਨੀ ਹੈ ਉਹ ਇੰਡੀਆ ਦੇ ਵਿੱਚ ਹੀ ਰਹਿੰਦਾ, ਜਾਂ ਤਾਂ ਉਹਦਾ ਕੋਈ ਰਿਸ਼ਤੇਦਾਰ ਹੈ ਜਾਂ ਉਹਦਾ ਕੋਈ ਮਿੱਤਰ ਹੈ ਜਿਹਨੂੰ ਉਹ ਗਿਫਟ ਦੇਣ ਲੱਗਾ ਹੈ। ਗਿਫਟ ਡੀਡ ਬਣ ਜਾਂਦੀ ਹੈ ਜੀ। ਗਿਫਟ ਡੀਡ ਤੇ ਹੈਗਾ ਕਿ ਵਿਦਿਨ ਫੈਮਿਲੀ, ਵਿਦਿਨ ਬਲੱਡ ਰਿਲੇਸ਼ਨ ਤੇ ਬਹੁਤ ਘੱਟ ਪੈਸੇ ਲੱਗਦੇ ਜੀ। ਜਿਵੇਂ ਉਹ ਬ੍ਰਦਰਸ ਦੀ ਹੋ ਗਈ, ਫਾਦਰ ਮਦਰ ਹੋ ਗਏ, ਬਲੱਡ ਰਿਲੇਸ਼ਨ ਤੇ ਕਰ ਰਿਹਾ, ਤੇ ਜਿਵੇਂ ਦੂਜੀ ਰਜਿਸਟਰੀਆਂ 'ਚ ਤਾਂ ਕਾਫੀ ਟੈਕਸ ਵਗੈਰਾ ਲੱਗਦਾ, 6-7%, ਉਹ ਸਟਾਂਪ ਵਗੈਰਾ ਕਾਫੀ ਲਾਉਣਾ ਪੈਂਦਾ। ਗਿਫਟ ਡੀਡ ਤੇ ਘੱਟ ਲੱਗਦਾ। ਜਿਵੇਂ ਕਈਆਂ ਨੇ ਅਸੀਂ ਦੇਖਿਆ, ਸਾਡੇ ਤੇ NRI ਨੇ ਆਪਣੇ ਗ੍ਰੈਂਡ ਚਿਲਡਰਨ ਨੂੰ ਜਾਂ ਬੱਚਿਆਂ ਦੇ ਨਾਂ ਗਿਫਟ ਡੀਡ ਬਣਾ ਦਿੱਤੀ। ਉਹ ਬੜਾ ਹੈਗਾ ਕਿ ਟਫ ਆ, ਉਹਨੂੰ ਤੜਾਉਣਾ ਬੜਾ ਔਖਾ ਹੈ। ਜਿਹੜੇ ਮਾਈਨਰ ਨਾਂ ਗਿਫਟ ਡੀਡ ਕਰ ਦਿੰਦੇ ਨੇ, ਉਹਦਾ ਇੱਕ ਵੱਡਾ ਬੈਨੀਫਿਟ ਹੈ ਕਿ ਬਲੱਡ ਰਿਲੇਸ਼ਨ 'ਚ ਦਿੱਤਾ ਜਾਵੇ, ਜ਼ਿਆਦਾ ਵਧੀਆ। ਔਰ ਬਲੱਡ ਰਿਲੇਸ਼ਨ ਦੇ ਵਿੱਚ ਉਹਨੂੰ ਤੜਾਉਣਾ ਵੀ ਔਖਾ ਔਰ ਉਹਤੇ ਟੈਕਸ ਬੜਾ ਘੱਟ ਲੱਗਦਾ। ਰਜਿਸਟਰੀ ਦਾ ਖਰਚਾ ਕਾਫੀ ਘੱਟ ਲੱਗਦਾ ਵਿਦਿਨ ਫੈਮਿਲੀ। ਸੋ ਮੰਨ ਲਓ ਉਹਨੇ ਪ੍ਰੋਪਰਟੀ ਗਿਫਟ ਜਿਹੜੀ ਆਪਾਂ ਕਹਿ ਰਹੇ ਹਾਂ, ਉਸ ਟਰਮ ਦੀ ਬਜਾਏ ਆਪਾਂ ਇਹ ਟਰਮ ਯੂਜ਼ ਕਰੀਏ ਕਿ ਉਹਨੇ ਆਪਣੇ ਬੱਚਿਆਂ ਦੇ ਨਾਂ ਚੜਵਾਉਣੀ ਹੈ। ਜਿਹੜੀ ਉਹਦੀ ਪ੍ਰਾਪਰਟੀ ਇੰਡੀਆ ਦੇ ਵਿੱਚ ਉਹਨੇ ਪਰਚੇਜ਼ ਕੀਤੀ ਹੈ, ਪਰ ਜਿਹੜੇ ਬੱਚੇ ਨੇ ਉਹਨਾਂ ਦੀ ਪੈਦਾਇਸ਼ ਬਾਹਰਲੇ ਮੁਲਕ ਦੀ ਹੋਈ ਹੈ ਜਿੱਥੇ ਉਹ ਸੈਟਲ ਹੋਇਆ ਹੈ, ਤੇ ਹੁਣ ਉਹਨਾਂ ਬੱਚਿਆਂ ਦੇ ਨਾਂ ਦੇ ਉੱਤੇ ਉਹ ਪ੍ਰਾਪਰਟੀ ਚੜਵਾਉਣਾ ਚਾਹੁੰਦਾ ਹੈ, ਕਿਉਂਕਿ ਉਹਨੂੰ ਲੱਗ ਰਿਹਾ ਕਿ ਹੋ ਸਕਦਾ ਹੈ ਕਿ ਮੇਰੇ ਤੋਂ ਬਾਅਦ ਇਸ ਪ੍ਰਾਪਰਟੀ ਨੂੰ ਕੋਈ ਦੇਖ ਰੇਖ ਕਰਨ ਵਾਲਾ ਨਾ ਹੋਵੇ, ਤਾਂ ਮੈਂ ਆਪਣੇ ਬੱਚਿਆਂ ਦੇ ਨਾਂ ਕਰ ਦੇਵਾਂ। ਹਾਂ, ਉਹ ਗਿਫਟ ਡੀਡ ਤਾਂ ਕਿਸੇ ਨੂੰ ਵੀ ਕਰ ਹੀ ਸਕਦਾ, ਬੱਚਿਆਂ ਨਾਲ ਵੀ ਟ੍ਰਾਂਸਫਰ ਕਰ ਹੀ ਸਕਦਾ। ਹੋ ਸਕਦੀ ਆ ਉਹ ਗਿਫਟ ਡੀਡ ਹੀ ਬਣਨੀ ਆ ਉਹਦੀ ਵੀ। ਉਹ ਬਲੱਡ ਰਿਲੇਸ਼ਨ ਆ ਜਾਂਦਾ ਗੱਲ, ਤੇ ਜਿੱਦਾਂ ਕਰਦੇ ਵੀ ਬਲੱਡ ਰਿਲੇਸ਼ਨ ਹੋਣਾ ਚਾਹੀਦਾ, ਡਾਇਰੈਕਟ ਬਲੱਡ ਰਿਲੇਸ਼ਨ ਹੋਣਾ ਚਾਹੀਦਾ। ਉਹਦੇ 'ਚ ਉਹ ਬੱਚਿਆਂ ਦੇ ਨਾਂ ਟ੍ਰਾਂਸਫਰ ਕਰ ਸਕਦਾ। ਉਹਦੇ 'ਚ ਚਾਹੇ ਘਰ ਹੋਵੇ, ਚਾਹੇ ਐਗਰੀਕਲਚਰ ਲੈਂਡ ਹੋਵੇ, ਉਹ ਆਪਣਾ ਗਿਫਟ ਡੀਡ ਬਣਾ ਸਕਦੇ ਆ ਬੱਚਿਆਂ ਦੇ ਨਾਂ। ਟ੍ਰਾਂਸਫਰ ਆਫ ਪ੍ਰਾਪਰਟੀ ਉਹਨੂੰ ਕਹਿ ਦਿੰਦੇ ਆ ਅਸੀਂ, ਉਹਦੇ ਨਾਲ ਉਹ ਟ੍ਰਾਂਸਫਰ ਆਫ ਪ੍ਰਾਪਰਟੀ ਡੀਡ ਬਣ ਜਾਂਦੀ ਹੈ।
ਉਹਦੇ ਨਾਲ ਟ੍ਰਾਂਸਫਰ ਕਰ ਜਾਂਦੇ ਵਿਦਿਨ ਫੈਮਿਲੀ। ਕੋਈ ਜ਼ਿਆਦਾ ਟਫ ਨਹੀਂ, ਜ਼ਿਆਦਾ ਟੈਕਸ ਵੀ ਨਹੀਂ ਲੱਗਦਾ। ਓਕੇ, ਫਿਰ ਅੱਗੋਂ ਬੱਚੇ ਫੈਮਿਲੀ ਮੈਂਬਰਸ ਜਿਨ੍ਹਾਂ ਦੇ ਨਾਂ ਦੇ ਉੱਤੇ ਉਹ ਕੀਤੀ ਹੈ, ਉਹ ਅੱਗੋਂ ਜੋ ਸੇਲ ਕਰਨ ਉਸ ਪ੍ਰਾਪਰਟੀ ਦੇ ਉੱਤੇ ਸੇਮ ਉਹੀ ਪ੍ਰੋਸੈਸ ਹੋਏਗਾ ਜੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਹਾਂ, ਉਹ ਤੇ ਫੁੱਲ ਫਲੈਜ ਓਨਰ ਬਣ ਜਾਂਦੇ ਨੇ। ਫਿਰ ਉਹ ਇਹ ਆ ਵੀ ਮਾਈਨਰ ਨਹੀਂ ਹੋਣੇ ਚਾਹੀਦੇ, ਮੇਜਰ ਹੋ ਜਾਊਗਾ ਫਿਰ ਉਹ ਸੇਲ ਵੀ ਕਰ ਸਕਦਾ, ਮਾਈਨਰ ਸੇਲ ਨਹੀਂ ਕਰ ਸਕਦਾ। ਜਿਹੜਾ ਜੀ ਮਾਈਨਰ ਆ ਜਿਹਦੇ ਉਹਦਾ ਗਾਰਡੀਅਨ ਤੇ ਉਹ ਪੇਰੈਂਟਸ ਹੀ ਰਹਿਣੇ ਆ ਉਹਦੇ, ਉਹਨਾਂ ਚਿਰ ਉਹ ਪ੍ਰਾਪਰਟੀ ਨੂੰ ਕੁਝ ਨਹੀਂ ਕਰ ਸਕਦਾ। ਜੇ ਮੇਜਰ ਆ ਤੇ ਦੈਨ ਉਹ ਫਿਰ ਉਹ ਫੁੱਲ ਫਲੈਜ ਮਾਲਕ ਬਣ ਜਾਂਦਾ। ਉਹ ਕਿਵੇਂ ਵੀ ਪ੍ਰਾਪਰਟੀ ਨੂੰ ਡੀਲ ਕਰ ਸਕਦਾ, ਰੈਂਟ ਤੇ ਦੇ ਸਕਦਾ, ਸੇਲ ਕਰ ਸਕਦਾ। ਉਹ ਤਾਂ ਫੁੱਲ ਫਲੈਜ ਓਨਰ ਬਣ ਜਾਂਦਾ। ਓਕੇ, ਹੁਣ ਮੰਨ ਲਓ ਉਹਨੇ ਪ੍ਰਾਪਰਟੀ ਵੇਚਣੀ ਹੈ, NRI ਨੇ ਜੋ ਇੰਡੀਆ ਦੇ ਵਿੱਚ ਪ੍ਰਾਪਰਟੀ ਹੈ, ਉਹ ਪ੍ਰਾਪਰਟੀ ਜਿਹਨੂੰ ਵੇਚੇਗਾ ਉਹ ਇੰਡੀਆ ਦੇ ਵਿੱਚ ਹੀ ਰਹਿੰਦਾ ਹੋਵੇ ਜਾਂ ਉਹ ਕਿਸੇ ਹੋਰ ਮੁਲਕ ਵਿੱਚ ਵੀ ਰਹਿੰਦਾ ਹੋ ਸਕਦਾ ਹੈ? ਜਿਹਨੇ ਤੁਸੀਂ ਕਹਿੰਦੇ ਵੇਚਣੀ ਹੈ, ਹਾਂ, ਮੰਨ ਲਓ ਇੱਕ ਬੰਦਾ ਅਮਰੀਕਾ ਦੇ ਵਿੱਚ ਹੈ, ਉਹਨੇ ਇੰਡੀਆ ਵਿੱਚ ਪ੍ਰਾਪਰਟੀ ਖਰੀਦ ਲਈ, ਹੁਣ ਉਹਨੇ ਜਿਹਨੂੰ ਵੇਚਣੀ ਹੈ ਉਹ ਬੰਦਾ ਇੰਗਲੈਂਡ ਦੇ ਵਿੱਚ ਰਹਿੰਦਾ ਹੈ। ਹਾਂਜੀ ਹਾਂਜੀ। ਤੋ ਇੰਗਲੈਂਡ ਦੇ ਵਿੱਚ ਰਹਿਣ ਵਾਲੇ ਬੰਦੇ ਨੂੰ ਉਹ ਆਪਣੀ ਪ੍ਰਾਪਰਟੀ ਵੇਚ ਸਕਦਾ ਹੈ ਜੋ ਅਮਰੀਕਾ ਦੇ ਵਿੱਚ ਰਹਿੰਦਾ ਹੈ ਔਰ ਪ੍ਰਾਪਰਟੀ ਇੰਡੀਆ ਦੇ ਵਿੱਚ ਹੈ। ਨਹੀਂ, ਉਹ ਇੱਕ ਤਾਂ ਇੱਥੇ ਦਾ ਹੋਣਾ ਉਹਨਾਂ ਦਾ ਮੇਰੇ ਖਿਆਲ ਇਹ ਹੈਗਾ ਕਿ ਇੱਥੇ ਹੋਣਾ ਜ਼ਰੂਰੀ ਆ। ਫਿਰ ਉਹਨੂੰ ਮਨੀ ਟ੍ਰਾਂਜੈਕਸ਼ਨ ਦੀ ਪ੍ਰੋਬਲਮ ਆਣੀ ਆ, ਉਹ ਫਿਰ ਦੂਸਰੇ ਮੀਨਸ ਵਰਤਣਗੇ, ਉਹ ਪ੍ਰੋਬਲਮ ਆ ਸਕਦੀ ਆ। ਉਹ ਇੰਨਾ ਈਜ਼ੀ ਨਹੀਂ ਹੈ। ਦੋਵੇਂ ਜਿਹੜੇ ਆ ਬਾਹਰ ਮਨੀ ਟ੍ਰਾਂਜੈਕਸ਼ਨ ਦੀ ਪ੍ਰੋਬਲਮ, ਦੋ ਕੰਟਰੀਜ਼ ਦੇ ਵਿੱਚ ਕਿਵੇਂ ਟ੍ਰਾਂਸਫਰ ਹੋਣੀ ਹੈ ਜਾਂ ਉਹ ਰਜਿਸਟਰੀ ਵੇਲੇ ਹਾਜ਼ਰ ਹੋਣਾ, ਉਹ ਜੀ ਕਾਫੀ ਕੰਪਲੀਕੇਸ਼ਨ ਆ ਸਕਦੇ ਆ ਰਿਗਾਰਡਿੰਗ ਮਨੀ ਟ੍ਰਾਂਜੈਕਸ਼ਨ। ਜੀ ਜੀ ਉਹ ਪ੍ਰੈਫਰੇਬਲੀ ਇੱਥੇ ਇੱਕ ਜਣਾ ਹੋਣਾ ਹੋਵੇ ਤਾਂ ਉਹ ਜ਼ਿਆਦਾ ਈਜ਼ੀ ਆ ਕਿ ਮਨੀ ਟ੍ਰਾਂਸਫਰ ਕਰਨੀ ਫਿਰ ਸੌਖੀ ਹੋਏਗੀ, ਉਹਦੇ 'ਚ ਕੋਈ ਜ਼ਿਆਦਾ ਕੰਪਲੀਕੇਸ਼ਨ ਨਹੀਂ ਆਣੀ। ਜੀ, ਹੁਣ ਜਦੋਂ ਉਹ ਪ੍ਰਾਪਰਟੀ ਉਹਨੇ ਵੇਚ ਦਿੱਤੀ, ਉਹਦੇ ਉੱਤੇ ਟੈਕਸਿਸ ਪਏ। ਇੱਕ ਤਾਂ ਆਪਾਂ ਡਿਸਕਸ ਕੀਤਾ ਕਿ ਉਹਨੇ ਮਨੀ ਇੱਥੇ ਹੀ ਇਨਵੈਸਟ ਕਰਨੀ ਹੈ, ਨੰਬਰ 2 ਉਹਨੇ ਮਨੀ ਬਾਹਰ ਕੈਰੀ ਕਰਨੀ ਹੈ ਜਿੱਥੇ ਉਹ ਰਹਿੰਦਾ ਹੈ। ਇਹ ਦੋਵੇਂ ਚੀਜ਼ਾਂ ਵੀ ਆਪਾਂ ਡਿਸਕਸ ਕਰ ਲਈਆਂ। ਥਰਡ ਇਹ ਹੈ ਉਹਨੇ ਟੈਕਸ ਤੋਂ ਬਚਣਾ ਹੈ। ਟੈਕਸ ਤੋਂ ਬਚਣਾ ਫਿਰ ਤੇ ਉਹ ਜਿਹੜਾ ਪ੍ਰੋਸੀਜਰ ਦੱਸਿਆ ਖੰਨਾ ਜੀ, ਉਹ ਥਰੂ ਬੈਂਕਿੰਗ ਜਾਵੇ ਜਾਂ ਥੋੜੀ ਦੇਰ ਇੱਥੇ ਰੀਇਨਵੈਸਟ ਕਰ ਦੇਵੇ। ਹਾਂ, ਕਿੱਥੇ ਜੀ ਕਿੱਥੇ ਕਿੱਥੇ ਰੀਇਨਵੈਸਟ ਕਰ ਸਕਦਾ ਉਹ? ਹਾਂਜੀ ਹਾਂਜੀ, ਵਿਦਿਨ 3 ਇਅਰ ਉਹਨੇ ਇੱਥੇ ਜੇ ਰੀਇਨਵੈਸਟ ਕਰ ਦਿੱਤੀ ਆ ਫਿਰ ਜੀ ਉਹ ਸੌਖਾ ਰਹੇਗਾ, ਕਿਉਂਕਿ ਇੱਥੇ ਪ੍ਰਾਪਰਟੀ ਵੇਚੀ ਆ, ਇੱਥੇ ਹੀ ਦੁਬਾਰਾ ਉਹਨੇ ਪ੍ਰਾਪਰਟੀ ਖਰੀਦ ਲਈ ਆ, ਉਹਨੂੰ ਥੋੜਾ ਜਿਹਾ ਫੈਸਿਲਿਟੀ ਜ਼ਿਆਦਾ ਮਿਲ ਜਾਏਗੀ, ਪ੍ਰੈਫਰੇਬਲੀ ਟੈਕਸ ਵੀ ਘੱਟ ਹੋਏਗਾ ਔਰ ਉਹਦੇ ਇਨਵੈਸਟਮੈਂਟ ਵੀ ਸ਼ੋ ਕਰ ਦਿੱਤੀ। ਫੋਰ ਐਗਜ਼ਾਮਪਲ ਉਹਨੇ ਪ੍ਰਾਪਰਟੀ ਵੇਚਣ ਤੋਂ ਬਾਅਦ ਜਿਹੜਾ ਪੈਸਾ ਕਮਾਇਆ ਉਹਨੂੰ ਰੀਇਨਵੈਸਟ ਕਰਨਾ ਹੈ, ਪਰ ਪ੍ਰਾਪਰਟੀ ਦੇ ਵਿੱਚ ਰੀਇਨਵੈਸਟ ਨਹੀਂ ਕਰਨਾ। ਹੋਰ ਕਿਹੜੇ ਕਿਹੜੇ ਵੈਂਚਰਸ ਖੁੱਲੇ ਨੇ ਉਹਦੇ ਵਾਸਤੇ? ਕੋਈ ਮਿਊਚੁਅਲ ਫੰਡਸ ਜਾਂ ਕੋਈ ਹੋਰ ਜਗ੍ਹਾ ਦੇ ਉੱਤੇ ਇਨਵੈਸਟ ਕਰ ਸਕਦਾ, ਸ਼ੇਅਰ ਮਾਰਕੀਟ, ਕੁਝ ਹੋਰ? ਹਾਂਜੀ ਹਾਂਜੀ, ਉਹ ਤਾਂ ਓਪਨ ਮਾਰਕੀਟ ਆ। ਜੋ ਸ਼ੇਅਰ ਮਾਰਕੀਟ 'ਚ ਜੋ ਉਹਨਾਂ ਦੀਆਂ ਹੈਗੀਆਂ ਰਿਕੁਆਇਰਮੈਂਟਸ ਉਹ ਉਹਨੂੰ ਸ਼ੋ ਕਰਨੀਆਂ ਪੈਣਗੀਆਂ। ਪਲੱਸ ਕਹਿੰਦਾ ਜੀ ਬਾਰ-ਬਾਰ ਇੱਕੋ ਹੀ ਸਵਾਲ ਆਉਂਦਾ ਕਿ ਜਿਹੜਾ ਪੈਸਾ ਤੁਹਾਨੂੰ ਬੈਂਕ ਥਰੂ ਆਇਆ ਜੀ ਉਹਨੂੰ ਇਨਵੈਸਟ ਕਰਨ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਣੀ, ਉਹਨੂੰ ਚਾਹੇ ਕਿਤੇ ਇਨਵੈਸਟ ਕਰ ਲਓ। ਓਕੇ ਪ੍ਰੋਬਲਮ ਆਉਂਦੀ ਆ ਜਿਹੜਾ ਤੁਸੀਂ ਅੰਡਰ ਦੀ ਟੇਬਲ ਜਾਂ ਦੂਸਰਾ ਪੈਸਾ ਬਾਰ-ਬਾਰ ਲਿਆ ਤੇ ਉਹਨੂੰ ਕਿੱਥੇ ਇਨਵੈਸਟ ਕਰਨਾ, ਉਹਨੂੰ ਤੁਸੀਂ ਸ਼ੋ ਕਿਵੇਂ ਕਰਨਾ, ਪ੍ਰੋਬਲਮ ਆਉਂਦੀ ਹੈ। ਦੂਸਰੇ ਪੈਸੇ ਨੂੰ ਵਾਈਟ ਮਨੀ ਦਾ ਤੁਸੀਂ ਕਿਤੇ ਵੀ ਇਨਵੈਸਟ ਕਰ ਸਕਦੇ ਆ, ਜੇ ਉਹਨਾਂ ਦੀਆਂ ਜੋ ਵੀ ਕੰਡੀਸ਼ਨਸ ਹੁੰਦੀਆਂ ਨੇ ਉਹ ਤੁਸੀਂ ਸ਼ੋ ਕਰ ਦਿੰਦੇ ਹੋ ਤੇ ਉਹ ਕਿਸੇ ਵੀ ਜਗ੍ਹਾ ਇਨਵੈਸਟ ਕਰ ਸਕਦੇ। ਹਾਂ, ਰੈਜ਼ੀਡੈਂਸ਼ੀਅਲ ਘਰ ਖਰੀਦਣ ਲਈ ਅੱਗੇ ਵੀ ਗੱਲ ਕੀਤੀ ਆ, ਉਹ ਕੋਈ ਬਹੁਤ ਜ਼ਿਆਦਾ ਫਾਰਮੈਲਿਟੀਜ਼ ਨਹੀਂ ਹੈਗੀਆਂ, ਬਟ ਕਮਰਸ਼ੀਅਲ ਲਈ ਉਹਨੂੰ ਸਾਰਾ ਉਹ ਸ਼ੋ ਕਰਨਾ ਪੈਂਦਾ ਹੈ ਔਰ ਉਹਦੇ ਲਈ ਕਾਫੀ ਜ਼ਿਆਦਾ ਫਾਰਮੈਲਿਟੀਜ਼ ਆ। ਉਹਦੇ 'ਚ ਕਈ ਤਾਂ ਰਜਿਸਟਰੀਆਂ ਤੇ ਆਪਾਂ ਪੜ੍ਹਦੇ ਨਹੀਂ, ਬਰੀਕ ਜਿਹਾ ਲਿਖਿਆ ਵੀ ਹੁੰਦਾ ਆ ਕਿ ਮੈਨੂੰ ਫੇਮਾਂ ਦੀਆਂ ਸਾਰੀਆਂ ਕਲੀਅਰ ਕਰ ਦਿੱਤੀਆਂ ਗਈਆਂ, ਜੋ ਵੀ ਸ਼ਰਤਾਂ ਹੈਗੀਆਂ ਮੈਂ ਕਲੀਅਰਲੀ ਪੜ੍ਹ ਲਈਆਂ, ਉਹਦੇ ਵਿੱਚ ਹੀ ਲਿਖਿਆ ਹੁੰਦਾ। ਉਹ ਉਸ ਕਰਕੇ ਇਹ ਬਕਾਇਦਾ RBI ਤੋਂ ਪਰਮਿਸ਼ਨ ਲੈ ਕੇ, ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਫਿਰ ਹੀ ਪ੍ਰੋਸੀਜਰ ਅਡਾਪਟ ਕੀਤਾ ਜਾਵੇ, ਚਾਹੇ ਉਹ NRI ਹੈ ਚਾਹੇ ਉਹ ਇੱਥੇ ਦਾ ਵੀ ਹੈਗਾ ਆ। ਉੱਥੇ ਫਿਰ ਅਸੀਂ ਦੇਖ ਰਹੇ ਹਾਂ ਉਹ ਕਾਫੀ ਪ੍ਰੋਬਲਮਸ ਆ ਰਹੀਆਂ ਤੇ ਹੈਵੀ ਟੈਕਸ ਲੱਗਦਾ, ਫਿਰ ਹੋਰ ਕਈ ਕੁਛ ਹੋ ਜਾਂਦਾ, ਪ੍ਰਾਪਰਟੀ ਵੀ ਜਾਂਦੀ ਹੈ, ਕਈ ਵਾਰੀ ਪ੍ਰਾਪਰਟੀ ਬਲੌਕ ਹੋ ਜਾਂਦੀ ਆ। ਸੋ ਇਹ ਸਾਰੀਆਂ ਮੁਸੀਬਤਾਂ ਦਾ ਇੱਕ ਵੱਡਾ ਹੱਲ ਜਿਹੜਾ ਨਾ ਕਿ ਇਹ ਜਿੰਨੀ ਵੀ ਲੈਣ ਦੇਣ ਹੈਗਾ, ਜੋ ਵੀ ਟ੍ਰਾਂਜੈਕਸ਼ਨ ਕਰਨੀ ਹੈ, ਚਾਹੇ ਖਰੀਦਣ ਵੇਲੇ ਚਾਹੇ ਵੇਚਣ ਵੇਲੇ, ਕੋਸ਼ਿਸ਼ ਕਰੋ ਕਿ ਥਰੂ ਬੈਂਕਿੰਗ ਹੀ ਡੀਲ ਕੀਤਾ ਜਾਵੇ, ਥਰੂ ਚੈੱਕ, ਥਰੂ ਡਰਾਫਟ। ਕਾਫੀ ਮੀਨਸ ਹੈਗੇ ਆ ਜਿਹੜੇ ਕਿ ਬੈਂਕਾਂ ਤੁਹਾਨੂੰ ਫੈਸਿਲਿਟੀ ਦੇ ਰਹੀਆਂ, ਇੱਧਰਲੇ ਨੂੰ ਵੀ ਤੇ ਬਾਹਰਲਿਆਂ ਨੂੰ ਵੀ। ਬਾਹਰਲਿਆਂ ਨੂੰ ਤਾਂ ਬਹੁਤ ਜ਼ਰੂਰੀ ਆ, ਕਿਉਂਕਿ
ਉਹ ਕਰੰਸੀ ਕਨਵਰਟ ਵੀ ਹੋਣੀ ਹੁੰਦੀ ਆ, ਇੱਧਰ ਰੁਪਈਆਂ 'ਚ ਪੈਸੇ ਲੈਣੇ, ਉਧਰ ਡਾਲਰ ਬਣਨੇ ਜਾ ਕੇ, ਉਹ ਜੋ ਵੀ ਸਰਟਨ ਕੰਡੀਸ਼ਨਸ ਹੈਗੀਆਂ ਉਹ ਜ਼ਰੂਰ ਅਡਾਪਟ ਕਰਨੀਆਂ ਚਾਹੀਦੀਆਂ। ਇੱਕ ਚੀਜ਼ ਰੰਧਾਵਾ ਸਾਹਿਬ ਦਿਮਾਗ 'ਚ ਆ ਰਹੀ ਹੈ ਕਿ ਤੁਸੀਂ ਕਿਹਾ ਹੈ ਕਿ ਜਿਹੜੀ ਲੀਗਲ ਮਨੀ ਹੈ, ਵਾਈਟ ਮਨੀ ਹੈ, ਉਹਦੇ 'ਚ ਡੀਲ ਕਰੋ। ਹੁਣ ਇਹਦੇ 'ਚ ਇੱਕ ਸਵਾਲ ਆਉਂਦਾ ਹੈ ਕਿ ਇੱਕ ਬੰਦਾ ਵਿਦੇਸ਼ੀ ਧਰਤੀ ਤੇ ਬੈਠਾ ਹੈ ਔਰ ਭਾਰਤ ਵਿੱਚ ਡੀਲ ਕਰ ਰਿਹਾ ਹੈ, ਤੇ ਇਹ ਬਲੈਕ ਮਨੀ ਨੂੰ ਉਹ ਕਿੱਦਾਂ ਡੀਲ ਕਰ ਸਕਦਾ ਹੈ ਇੰਨੀ ਦੂਰ ਬੈਠ ਕੇ? ਵਾਈਟ ਮਨੀ ਦਾ ਡੀਲ ਕਰਨਾ ਆਸਾਨ ਹੈ, ਇਹ ਉਹਦੇ ਕੋਲ ਬਲੈਕ ਮਨੀ ਕਿੱਦਾਂ ਹੋ ਸਕਦੀ ਹੈ? ਉਹ ਖੰਨਾ ਜੀ, ਜਿਵੇਂ ਕਈ ਗੱਲਾਂ ਹੈਗੀਆਂ, ਇਹਨਾਂ ਨੇ ਡੀਲਰ ਇੱਥੇ ਕਰਦੇ ਨੇ ਜਾਂ ਜਿਹੜੇ ਪ੍ਰਾਪਰਟੀ ਡੀਲ ਕਰਦੇ ਨੇ, ਜੀ ਉਹ ਸਾਰੇ ਪੈਸੇ ਨਹੀਂ ਤੁਹਾਨੂੰ ਦਿੰਦੇ। ਪ੍ਰਾਪਰਟੀ ਤੁਸੀਂ ਵੇਚਤੀ 10 ਲੱਖ ਦੀ, 5 ਲੱਖ ਤੁਹਾਨੂੰ ਉਦਾਂ ਦੇ ਦੇਣਾ, ਉਹਨਾਂ ਨੇ 5 ਲੱਖ ਰਜਿਸਟਰੀ 'ਚ ਲਿਖ ਦੇਣਾ। ਜੀ ਉਹ 5 ਲੱਖ ਜਿਹੜਾ ਤੁਸੀਂ ਕਿਵੇਂ ਸ਼ੋਅ ਕਰਨਾ, ਇਹ ਤੁਹਾਡੀ ਪ੍ਰੋਬਲਮ ਆ। ਤੁਸੀਂ ਲੈ ਲਿਆ ਜਾਂ ਤੁਸੀਂ ਐਗਰੀ ਕਰ ਗਏ। ਹੁਣ ਕਈ ਬੰਦੇ ਅਸੀਂ ਇਹੋ ਜਿਹੇ ਵੀ ਦੇਖੇ, ਉਹ ਕਹਿੰਦੇ ਜੇ ਮੇਰੀ 10 ਲੱਖ ਦੀ ਚੀਜ਼ ਆ ਨਾ, ਤੇ 10 ਲੱਖ ਮੈਂ ਵਾਈਟ ਹੀ ਲੈਣਾ, ਮੈਂ 5 ਇੱਧਰ ਉੱਧਰ ਨਹੀਂ ਲੈਣਾ। ਉਹ 10 ਲੱਖ ਦਾ ਚੈੱਕ ਲਊਂਗਾ ਜਾਂ 10 ਲੱਖ ਦਾ ਡਰਾਫਟ ਲਊਂਗਾ, ਦੈਨ ਮੈਂ ਪ੍ਰਾਪਰਟੀ ਸੇਲ ਕਰੂੰਗਾ, ਨਹੀਂ ਤਾਂ ਨਹੀਂ ਕਰੂੰਗਾ। ਓਕੇ ਉਹ ਸੈਲਰ ਨੂੰ ਹੀ ਸਟ੍ਰਿਕਟ ਹੋਣਾ ਪੈਣਾ ਹੈ। ਹੂੰ ਉਹ ਜਿਹੜਾ ਦੂਜੇ ਪੈਸੇ ਦੇਣ ਵਾਲਾ ਬੰਦਾ ਕਈ ਵਾਰੀ ਤੁਹਾਨੂੰ ਰੇਟ ਵੀ ਵਧਾ ਦਿੰਦਾ। ਤੁਹਾਡੀ ਚੀਜ਼ ਹੈਗੀ 10 ਲੱਖ ਦੀ, ਉਹ ਕਹਿੰਦਾ ਹਾਂਜੀ। ਓਕੇ ਜੀ ਮੈਂ 12 ਲੱਖ ਦੇ ਦੂੰਗਾ ਤੁਹਾਨੂੰ ਉਧਰਲੇ ਲਾਲਚ 'ਚ ਪਾ ਦਿੰਦਾ। ਪਰ ਜੀ ਉਹ ਕਹਿੰਦਾ ਮੈਂ ਸਾਰੇ ਵਾਈਟ ਨਹੀਂ ਦਊਂਗਾ, ਮੈਂ ਸਾਰੇ ਦੂਸਰੇ ਪੈਸੇ ਇੱਧਰ ਉੱਧਰ ਦਊਂਗਾ, ਇੰਨੇ ਤੁਹਾਨੂੰ ਡਰਾਫਟ ਦੇ ਦੂੰਗਾ, ਬਾਕੀ ਦੂਸਰੇ ਦੇ ਦੂੰਗਾ। ਪਰ ਉਦੋਂ ਅਸੀਂ ਵੀ ਕਹਿ ਦਿੰਦੇ ਚਲੋ 2 ਲੱਖ ਵੱਧ ਮਿਲਦਾ, ਪਰ ਉਹ 2 ਲੱਖ ਨੇ ਤੁਹਾਨੂੰ ਪ੍ਰੋਬਲਮ ਕਿੰਨੀਆਂ ਕ੍ਰੀਏਟ ਕਰਨੀਆਂ, ਅਸੀਂ ਉਦੋਂ ਭੁੱਲ ਜਾਂਦੇ ਹਾਂ। ਉਹ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਜੋ ਪੈਸੇ ਲੈਣੇ ਆ, ਅਸੀਂ ਬੈਂਕ ਦੇ ਥਰੂ ਹੀ ਲੈਣੇ ਆ। ਹੂੰ ਜਿਹੜਾ ਦੂਸਰੀ ਮਨੀ ਤੁਸੀਂ ਕਹਿੰਦੇ ਹੋ, ਬਾਹਰ ਬੈਠੇ ਨੂੰ ਵੀ ਤਾਂ ਦੂਸਰੀ ਮਨੀ ਪ੍ਰੋਬਲਮ ਆਣੀ ਆਣੀ ਹੈ। ਇੱਥੇ ਬਿਲਕੁਲ। ਵਾਲੇ ਨੂੰ ਵੀ ਆਣੀ ਹੈ, ਬਾਹਰ ਵਾਲੇ ਨੂੰ ਥੋੜੀ ਜ਼ਿਆਦਾ ਨਹੀਂ। ਇੱਥੇ ਵਾਲੇ ਨੂੰ ਸਾਨੂੰ ਵੀ ਆਉਂਦੀ ਆ ਇੱਥੇ ਪ੍ਰੋਬਲਮ, ਸਾਨੂੰ ਵੀ ਕਈ ਸਲਾਹ ਪੁੱਛਣ ਆਉਂਦੇ ਆ। ਕਿਉਂਕਿ ਜਦੋਂ ਤੁਸੀਂ ਦੂਸਰਾ ਪੈਸਾ ਲੈ ਲੈਂਦੇ ਹੋ, ਉਹਨੂੰ ਤੁਸੀਂ ਕਿਸੇ ਬੈਂਕ ਅਕਾਊਂਟ 'ਚ ਨਹੀਂ ਰੱਖ ਸਕਦੇ। ਕਿੱਥੇ ਸ਼ੋਅ ਕਰੋ? ਕਿਵੇਂ ਕਹੋਗੇ ਕਿ ਮੇਰੇ ਕੋਲ 20 ਲੱਖ ਕਿੱਥੋਂ ਆ ਗਿਆ ਰਾਤੋਂ ਰਾਤ? ਬਿਲਕੁਲ ਜਿਹੜਾ ਖਰੀਦਣ ਵਾਲਾ ਉਹ ਜ਼ਿਆਦਾ ਕਲੈਵਰ ਹੋ ਜਾਂਦਾ, ਕਈ ਵਾਰੀ ਲਾਲਚ ਦੇਣ ਲੱਗ ਜਾਂਦਾ ਕਿ ਮੈਂ ਤੁਹਾਨੂੰ ਥੋੜੇ ਜ਼ਿਆਦਾ ਦੇ ਦੂੰਗਾ। ਜੀ ਲਾਲਚ 'ਚ ਲਿਟੀਗੇਸ਼ਨ 'ਚ ਫਸੇ ਹੋਏ ਆ ਲੋਕ ਖੰਨਾ ਜੀ, ਜਿੰਨੇ ਤਾਂ ਅਸੀਂ ਦੇਖਦੇ ਖੁਦ ਜੀ, ਉਦੋਂ ਸਾਨੂੰ ਇੰਨਾ ਕੁ ਲਾਲਚ ਹੋ ਗਿਆ। ਹੁਣ ਤੁਸੀਂ ਦੇਖ ਲਓ, ਕਈ ਪ੍ਰਾਈਵੇਟ ਬੈਂਕਾਂ, ਪ੍ਰਾਈਵੇਟ ਕੰਪਨੀਆਂ ਕਰੋੜਾਂ ਰੁਪਏ ਲੈ ਕੇ ਇੱਧਰ ਉੱਡ ਗਈਆਂ। ਉਹ ਕੀ ਆਫਰ ਦੇ ਦਿੰਦੇ ਆ, ਅਸੀਂ ਜੀ ਦੂਜੀਆਂ ਬੈਂਕਾਂ ਨੂੰ 3% ਵਿਆਜ ਜ਼ਿਆਦਾ ਦਿੰਦੇ ਆ। ਜੀ ਇਹ ਅਲਿਓਰਮੈਂਟ ਸਾਡੇ ਬੰਦੇ ਦੌੜੇ ਹੀ ਜਾਂਦੇ ਉਧਰ ਨੂੰ, ਵਿੱਚ ਹੀ ਸਾਡੇ NRI ਵੀ, ਅਸੀਂ ਵੀ, ਇੱਥੇ ਵਾਲੇ ਵੀ। ਜੀ ਅਸੀਂ ਕਿਸੇ ਪ੍ਰਾਈਵੇਟ ਕੰਪਨੀਆਂ ਦਾ ਇੱਥੇ ਹੁਣ ਦੇਖ ਰਹੇ ਆ, ਕੋਈ 2000 ਕਰੋੜ ਦਾ ਫਰਾਡ ਕਰ ਗਏ, ਕੋਈ 4000 ਕਰੋੜ ਦਾ। ਉਹ ਲਾਲਚ ਕੀ ਦਿੱਤਾ ਵੀ 2% ਵਿਆਜ ਜ਼ਿਆਦਾ ਦੇ। ਹਾਂਜੀ ਇਹ ਲਾਲਚ ਅਲਿਓਰਮੈਂਟ 'ਚ ਹੀ ਪ੍ਰੋਬਲਮ ਜਿਹੜੀਆਂ ਪ੍ਰਾਪਰਟੀਆਂ ਦੇ ਕੇਸਾਂ 'ਚ ਆਉਂਦੀਆਂ। ਤੇ ਉਹਦੇ ਨਾਲੋਂ ਸੇਫਟੀ ਇਹੀ ਹੈ ਕਿ ਕਲੀਅਰ ਓਨਰਸ਼ਿਪ ਵਾਲੀ ਪ੍ਰਾਪਰਟੀ ਖਰੀਦੋ, ਤੇ ਜੇ ਵੇਚਣੀ ਹੈ ਤੇ ਪੈਸੇ ਜਿਹੜੇ ਲੈਣੇ ਆ ਉਹ ਬਾਏ ਚੈੱਕ ਔਰ ਬਾਏ ਡਰਾਫਟ ਹੀ ਲੈਣੇ ਚਾਹੀਦੇ। ਜੀ ਚਾਹੇ ਪ੍ਰੋਪਰ ਕੀਮਤ ਮਿਲਦੀ ਹੈ ਜਾਂ ਥੋੜਾ ਜਿਹਾ ਲਾਲਚ ਵੀ ਮਿਲਦਾ, ਤੋਂ ਛੱਡ ਕੇ ਆਪ ਰੈਫਰ ਕਰਨਾ ਚਾਹੀਦਾ ਕਿ ਅਸੀਂ ਪੈਸੇ ਥਰੂ ਬੈਂਕ ਹੀ ਲਾਏ। ਉਹਦੇ ਨਾਲ ਸਾਡੀ ਵੀ ਸੇਫਟੀ ਹੈ ਔਰ ਤੁਹਾਨੂੰ ਮਨੀ ਰੀਇਨਵੈਸਟ ਕਰਨੀ ਵੀ ਸੌਖੀ ਆ, ਮਨੀ ਬਾਹਰ ਲਿਜਾਣੀ ਵੀ ਸੌਖੀ। ਠੀਕ ਹੈ, ਹੁਣ ਜਾਂਦੇ ਜਾਂਦੇ ਤੁਹਾਡੇ ਕੋਲ ਇੱਕ ਵਰਡ ਆਫ ਵਿਜ਼ਡਮ ਲੈਣਾ ਚਾਹਾਂਗੇ ਇਸ ਸਬਜੈਕਟ ਦੇ ਉੱਤੇ, ਜੋ ਤੁਸੀਂ ਸਾਡੇ ਨਾਨ ਰੈਜ਼ੀਡੈਂਟ ਇੰਡੀਅਨਸ ਨੂੰ ਦੇਣਾ ਚਾਹੁੰਦੇ ਹੋ। ਦੇਖੋ ਜੀ, NRI ਵੀਰਾਂ ਨੂੰ ਮੇਰਾ ਤੇ ਇਹੀ ਮੈਸੇਜ ਆ, ਕਿਉਂਕਿ ਸਾਡੇ ਵੀ ਕਾਫੀ ਬਾਹਰ ਨੇ ਰਿਲੇਟਿਵ ਵੀ, ਫੈਮਿਲੀ ਵੀ, ਕਿ ਵੀ ਹੈਵ ਟੂ ਮੋਰ ਅਲਰਟ ਜੀ ਕਿ ਕੋਈ ਵੀ ਇਨਵੈਸਟਮੈਂਟ ਵੀ ਕਰਨੀ ਹੈ ਜਾਂ ਸੇਲ ਪਰਚੇਜ ਕਰਨੀ ਹੈ, ਓਨਰਸ਼ਿਪ ਬਹੁਤ ਜ਼ਰੂਰੀ ਆ, ਦੇਖਣੀ ਬਹੁਤ ਜ਼ਰੂਰੀ ਆ। ਬਾਕੀ ਇਹ ਤਾਂ ਸ਼ੁਰੂ ਤੋਂ ਅਸੀਂ ਸੁਣਦੇ ਆਏ ਆ ਕਿ ਇਹ ਜਿਹੜਾ ਸਾਡਾ ਪੰਜਾਬ ਆ ਜਾਂ ਇੰਡੀਆ ਆ, ਇਹ ਬਹੁਤ ਵੱਡੀ ਸਪੋਰਟ NRIs ਦੀ ਮਿਲੀ ਹੋਈ ਆ। ਉਹ ਇਹ ਸਪੋਰਟ ਜਾਰੀ ਰਹਿਣੀ ਚਾਹੀਦੀ ਆ। ਇਹ ਸਾਨੂੰ ਵੀ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ, ਗਵਰਨਮੈਂਟ ਨੂੰ ਵੀ ਗਾਹੇ ਬਗਾਹੇ ਇਹਨਾਂ ਲਈ ਫੈਸਿਲਿਟੀਜ਼ ਦੇਣੀਆਂ ਚਾਹੀਦੀਆਂ। NRI ਨੂੰ ਕੋਟਾਂ ਵੀ ਜਿਵੇਂ ਬਣੀਆਂ ਹੈ, ਕਿਉਂਕਿ ਉਹਨਾਂ ਨੂੰ ਜੇ ਅਸੀਂ ਸਹੂਲਤਾਂ ਦੇਵਾਂਗੇ ਤਾਂ ਦੁਬਾਰਾ ਉਹਨਾਂ ਦਾ ਇਨਵੈਸਟਮੈਂਟ ਕਰਨ ਦਾ ਮਨ ਬਣਿਆ ਰਹੇਗਾ। ਇਹੀ ਸਾਰਿਆਂ ਵੱਲੋਂ ਸਾਨੂੰ ਮੈਸੇਜ ਹੈ ਕਿ ਪੰਜਾਬ ਦਾ ਖਿਆਲ ਰੱਖਣ, ਆਪਣੀ ਧਰਤੀ ਨਾਲ ਜੁੜੇ ਰਹਿਣ। ਇਹ ਸਾਰੇ ਇੱਥੇ ਵਾਲੇ ਲੋਕ ਵੀ ਚਾਹੁੰਦੇ ਆ। जी जी जी, बहुत बहुत शुक्रिया। थैंक यू वेरी मच फॉर दिस वंडरफुल टॉक एंड ऑल द बेस्ट सर। थैंक यू वेरी मच। ਥੈਂਕ ਯੂ ਖੰਨਾ ਜੀ, ਥੈਂਕ ਯੂ। ਇਹ ਸਨ ਕਮਲ ਰੰਧਾਵਾ ਜੀ, ਸੀਨੀਅਰ ਐਡਵੋਕੇਟ, NRI ਲਾਇਰ ਐਂਡ ਕੰਸਲਟੈਂਟ। ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।